ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉਗ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ। ਜਿਵੇਂ ਪਿਛਲੇ ਕੁਝ ਮਹੀਨਿਆਂ ਤੋਂ ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਦਿੱਲੀ 'ਚ ਸ਼ਿਕੰਜਾ ਕੱਸਿਆ ਗਿਆ, ਅਰਵਿੰਦ ਕੇਜਰੀਵਾਲ ਹੋਰਾਂ ਦੇ ਸ਼ੀਸ਼ ਮਹਿਲ ਦੀ ਗੱਲ ਵੀ ਤੁਰੀ ਹੈ, ਤੇ ਹੁਣ ਅੱਗੋਂ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਲੰਧਰ ਦੀ ਉਪ ਚੋਣ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਦੇਖਿਆ ਹੋਣਾ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਸੰਸਕਾਰ ਹੋ ਚੁੱਕਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਜਲੰਧਰ ਦੇ ਚੋਣ ਮੈਦਾਨ 'ਚ ਕੁੱਦ ਗਏ ਨੇ। ਉੱਥੇ ਜਾ ਕੇ ਉਹਨਾਂ ਨੇ ਰੋਡ ਸ਼ੋਅ ਵਗੈਰਾ ਕੀਤਾ ਫਲੋਰ ਦੇ ਵਿੱਚ, ਤੇ ਚਰਚਾਵਾਂ ਅੰਦਰ ਖਾਤੇ ਇਹ ਚੱਲ ਰਹੀਆਂ ਕਿ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਹੈ ਉਹਦਾ ਸੇਕ ਕਹਿੰਦੇ ਪੰਜਾਬ ਵੱਲ ਨੂੰ ਲੱਗਣਾ ਸੀ, ਤੇ ਕੀ ਇਸ ਚੋਣ ਦੇ ਦਰਮਿਆਨ ਹੀ ਕੁਝ ਇਹੋ ਜਿਹਾ ਦੇਖਣ ਨੂੰ ਮਿਲੇਗਾ ਕਿ ਦਿੱਲੀ ਦੇ ਵੱਲੋਂ ਕੋਈ ਪੰਜਾਬ ਦੇ ਵੱਲ ਨੂੰ ਵੀ ਪਹੁੰਚ ਕੀਤੀ ਜਾਊਗੀ ਅੱਗੇ? ਵੈਸੇ ਪਹਿਲਾਂ ਹੀ ਆਈਐਸ ਅਫਸਰਾਂ ਨੂੰ ਬੁਲਾ ਕੇ ਸਾਰਾ ਕੁਝ ਪੁੱਛਗਿੱਛ ਹੋਈ ਆ, ਪਰ ਨਾਲੋਂ ਨਾਲ ਜਿਹੜੀ ਰੇਡ ਚੱਲ ਰਹੀ ਹੈ ਇਨਕਮ ਟੈਕਸ ਦੀ, ਪਾਦਰੀ ਅੰਕੁਰ ਨਰੂਲਾ ਦੀ ਚਰਚ ਦੇ ਉੱਤੇ, ਤੇ ਉਹਦੇ ਨਾਲ ਹੀ ਖਬਰਾਂ ਅੰਦਰੋਂ ਇਹ ਵੀ ਆ ਰਹੀਆਂ ਕਿ ਜਿਹੜਾ ਸਰਪੰਚ ਨੇ ਕਈ ਜਿਹੜੇ ਘਪਲੇਬਾਜ਼ ਨੇ ਜਾਂ ਫਿਰ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਹੈ ਕਿ ਲਿਸਟ ਤਿਆਰ ਹੈ ਜੀ, ਹੁਣ ਅੱਗੋਂ ਕੀ ਕਰਨਾ ਹੈ, ਕਿਵੇਂ ਕਾਰਵਾਈ ਕਰਨੀ ਹੈ। ਵਿਜੀਲੈਂਸ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਕਿ ਹੋਰ ਜਿਹੜੀ ਉਹ ਫੋਰਸ ਵਧਾਈ ਜਾਏਗੀ ਇਹਨਾਂ ਮਾਮਲਿਆਂ ਨੂੰ ਲੈ ਕੇ, ਕਿਉਂਕਿ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਬਹੁਤ ਵੱਡੇ ਪੱਧਰ ਤੇ ਹੋਇਆ। ਹੁਣ ਹੋ ਰਿਹਾ ਕਿ ਨਹੀਂ ਹੋ ਰਿਹਾ ਇਹਦੇ ਬਾਰੇ ਤਾਂ ਲੋਕ ਜਾਣਦੇ ਨੇ, ਪਰ ਜਦੋਂ ਅਸੀਂ ਜਲੰਧਰ ਵਾਲੀ ਉਪ ਚੋਣ ਨੂੰ ਇਹ ਸਾਰੇ ਦਾਇਰੇ ਦੇ ਵਿੱਚ ਰੱਖਦੇ ਆ ਤਾਂ ਫਿਰ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਜਲੰਧਰ ਵਾਲੀ ਉਪ ਚੋਣ 'ਚ ਜੇ ਸ਼ਰਾਬ ਨੀਤੀ ਦਾ ਕੋਈ ਰੌਲਾ ਪੈਂਦਾ ਆ ਤਾਂ ਉਹਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਹੈਂਡਲ ਕਰੇਗੀ? ਚਲੋ ਉਹ ਤੇ ਅਜੇ ਜਦੋਂ ਪਊਗਾ ਉਹ ਵੀ ਦੇਖ ਲਾਂਗੇ। ਵੈਸੇ ਗੱਲਾਂ ਇਹ ਚਰਚਾ ਚੱਲ ਰਹੀਆਂ ਆ, ਪਰ ਇੱਕ ਗੱਲ ਜਿਹੜੀ ਫੀਲਡ ਚੋਂ ਆ ਰਹੀ ਹੈ ਫੀਡਬੈਕ, ਮੈਂ ਵੀ ਅੱਜ ਕੁਝ ਫੀਡਬੈਕ ਇਕੱਠੀ ਕੀਤੀ ਸੀਗੀ ਕਿ ਆਮ ਆਦਮੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਉਹਦਾ ਕਾਰਨ ਇਹ ਹੈਗਾ ਕਿ ਉਹ ਰੂਲਿੰਗ ਹੈਗੇ ਆ, 4 ਸਾਲ ਅਜੇ ਉਹਨਾਂ ਦੇ ਹੋਰ ਹੈਗੇ। ਪਹਿਲੀ ਹਾਰ ਤੇ ਚਲੋ ਆਈ ਗਈ ਜੀ ਹੋ ਗਈ, ਕਿਉਂਕਿ ਉਹ ਅਚਾਨਕ ਚੋਣਾਂ ਆਈਆਂ ਤੇ ਅਚਾਨਕ ਹੀ ਹਾਰ ਹੋ ਗਈ। ਉਹਦੇ 'ਚ ਦੀਪ ਸਿੱਧੂ ਜਾਂ ਹੋਰ ਇਹੋ ਜਿਹੇ ਫੈਕਟਰ, ਲੋਕਲ ਫੈਕਟਰ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਗਏ। ਪਰ ਹੁਣ ਇਹੋ ਜਿਹਾ ਕੋਈ ਉਸ ਕਿਸਮ ਦਾ ਤੇ ਬਹੁਤਾ ਪ੍ਰਭਾਵਸ਼ਾਲੀ ਜਿਹੜਾ ਇਹਨਾਂ ਦੇ ਕੰਟਰੋਲ 'ਚ ਨਾ ਕੋਈ ਫੈਕਟਰ ਆਉਣ ਵਾਲਾ ਹੋਵੇ, ਇਹੋ ਜਿਹਾ ਕੋਈ ਕਾਰਕ ਨਹੀਂ ਹੈਗਾ। ਇਹ ਪਿੰਡੋ ਪਿੰਡੀ ਵੀ ਜਾ ਰਹੇ ਆ, ਸਰਪੰਚਾਂ ਨੂੰ ਗੰਢ ਰਿਹਾ, ਸਰਪੰਚਾਂ ਨੂੰ ਭਰੋਸਾ ਦੇ ਰਹੇ ਆ। ਇਹ ਵੀ ਪਤਾ ਲੱਗਾ ਕਿ ਜਿਹੜੀ ਮੁਫਤ ਬਿਜਲੀ ਆ ਉਹਦਾ ਵਾਸਤਾ ਪਾਇਆ ਜਾ ਰਿਹਾ ਕਿ ਤੁਹਾਨੂੰ ਅਸੀਂ ਪੂਰੇ, ਅਜੇ ਸਿਰਫ ਬਿਜਲੀ ਮੁਫਤ ਦਿੱਤੀ ਹੈ, ਤੁਹਾਨੂੰ ਪੂਰੇ ਮੁਫਤ ਕੋਰੇ ਬਣਾਵਾਂਗੇ, ਚਿੰਤਾ ਨਾ ਕਰੋ। ਜਿਵੇਂ ਕਿ ਰੋਟੀਆਂ ਵੀ ਪਕਾ ਕੇ ਹੀ ਭੇਜਾਂਗੇ, ਨਾਲ ਦਹੀਂ, ਸ਼ੱਕਰ, ਲੱਸੀ ਸਾਰਾ ਭੇਜਿਆ ਕਰਾਂਗੇ। ਨਾਲ ਹੀ ਇਹ ਵੀ ਆ ਕਿ ਕਿਉਂਕਿ ਫਿਰ ਤੁਹਾਡਾ ਆਪਣਾ ਵੀ ਕਿਤੇ ਬਾਹਰ ਅੰਦਰ ਖਾਣ ਨੂੰ ਜੀ ਕਰ ਸਕਦਾ, ਤੇ 1000 ਰੁਪਈਆ ਹਰ ਬੀਬੀ ਨੂੰ ਅਸੀਂ ਉਹ ਵੀ ਜਲਦੀ ਸ਼ੁਰੂ ਕਰਨ ਵਾਲੇ ਆ। ਇਹੋ ਜਿਹਾ ਭਰੋਸਾ ਜਾਂ ਕਹਿ ਲਓ ਗੱਲਾਂ ਬਾਤਾਂ ਫੈਲਾਈਆਂ ਜਾ ਰਹੀਆਂ। ਕਾਫੀ ਉਹਦਾ ਸੋਸ਼ਲ ਮੀਡੀਆ ਰਾਹੀਂ ਹਰ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਣਾ ਕਿ ਕੇਜਰੀਵਾਲ ਕਹਿ ਗਏ ਸੀਗੇ ਕਿ ਜੇ ਪੰਜਾਬ ਦੇ ਇਸ ਖਾਸ ਕਰਕੇ ਸਰਪੰਚ ਜਾਂ ਹੋਰ ਜਿਹੜੇ ਲੋਕਲ ਵੋਟਰ ਆ, ਜੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਹੀ ਜਿਤਾਉਣਾ ਤੇ ਫਿਰ ਸਰਕਾਰ ਤੇ ਸਾਡੀ ਆ। ਮਤਲਬ ਇੱਕ ਬਹੁਤ ਹੀ ਛਿਪੇ ਢੰਗ ਦੇ ਨਾਲ ਧਮਕੀ ਦੇ ਮਾਰੀ ਸੀ ਕਿ ਜੇ ਤੁਸੀਂ 4 ਸਾਲ ਸਾਡੇ ਤੋਂ ਕੁਝ ਤਵੱਕੋ ਰੱਖਦੇ ਆ ਲੈਣ ਦੀ ਤੇ ਫਿਰ ਸਾਨੂੰ ਵੋਟਾਂ ਪਾਉਣੀਆਂ ਪੈਣਗੀਆਂ। ਇਸ ਕਿਸਮ ਦਾ ਜਿਹੜਾ ਰੂਲਿੰਗ ਕਲਿੱਕ ਹੈਗਾ ਜਾਂ ਰੂਲਿੰਗ ਪਾਰਟੀ ਹੈਗੀ ਹੈ, ਉਹ ਸ਼ਾਮ ਦਾਮ ਦੰਡ ਭੇਦ ਜਿਹੜਾ ਸਾਰਾ ਕੁਝ ਕਹਿੰਦੇ, ਉਸ ਨੂੰ ਪੂਰੇ ਜ਼ੋਰਾਂ ਸ਼ੋਰਾਂ ਨਾਲ ਵਰਤਿਆ ਜਾ ਰਿਹਾ। ਇਸੇ ਕਰਕੇ ਇਹਦੀ ਕਮਾਂਡ ਵੀ ਆਪ ਭਗਵੰਤ ਮਾਨ ਨੇ ਸੰਭਾਲੀ ਹੋਈ ਆ, ਕਿਉਂਕਿ ਇਹ ਭਗਵੰਤ ਮਾਨ ਦੇ ਨਾਲ ਹੀ ਸਿੱਧਾ ਇਹਦਾ ਟਕਰਾਓ ਤੇ ਇਹਦਾ ਜੇ ਇਹਦਾ ਕੋਈ ਚੰਗੇ ਜਿੱਤਦੇ ਹੈ ਜਾਂ ਕੋਈ ਚੰਗੀਆਂ ਵੋਟਾਂ ਲੈਂਦੇ ਆ ਤਾਂ ਉਹ ਫਾਇਦਾ ਭਗਵੰਤ ਮਾਨ ਨੂੰ ਹੋਊਗਾ। ਜੇ ਹਾਰ ਹੋ ਜਾਂਦੀ ਹੈ ਤਾਂ ਉਹਦਾ ਨੁਕਸਾਨ ਵੀ ਸਿੱਧਾ ਤੁਰੰਤ ਜਿਹੜਾ ਭਗਵੰਤ ਮਾਨ ਤੇ ਆਉਣਾ, ਤੇ ਹੋ ਸਕਦਾ ਚੀਫ ਮਿਨਿਸਟਰ ਬਦਲਣ ਦੀ ਵੀ ਕਵਾਇਦ ਚੱਲ ਸਕਦੀ ਹੈ। ਇਸ ਦੀ ਹਾਰ ਦੇ ਤੇ ਜਿੱਤ ਦੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਆ, ਉਹਦੇ ਏਡੇ ਵੱਡੇ ਮਾਇਨੇ, ਰਾਜਨੀਤਿਕ ਮਾਇਨੇ ਹੋ ਸਕਦੇ ਆ। ਇਸ ਲਈ ਉਹਨਾਂ ਨੇ ਸਿਰ ਧੜ ਦੀ ਬਾਜੀ ਲਾਈ ਹੋਈ ਹੈ ਕਿ ਇਹ ਚੋਣ ਹਰ ਹਾਲਤ ਜਿੱਤਣੀ ਹੈ। ਤੁਸੀਂ ਠੀਕ ਕਿਹਾ ਕਿ ਅਜੇ
ਸਿਵਾ ਵੀ ਠੰਡਾ ਨਹੀਂ ਹੋਇਆ ਪ੍ਰਕਾਸ਼ ਸਿੰਘ ਬਾਦਲ ਦਾ। ਤੇ ਅੱਜ ਹੀ ਛੁੱਟੀ ਵੀ ਕੀਤੀ ਹੋਈ ਹੈ ਪੰਜਾਬ ਸਾਰੇ 'ਚ ਇਸ ਸੋਗ ਦੇ ਵਿੱਚ, ਪਰ ਰੋਡ ਸ਼ੋਅ ਜਿਹੜੇ ਆ ਧੜੱਲੇ ਨਾਲ ਫਲੌਰ ਦੇ ਵਿੱਚ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਆ, ਤਾਂ ਕਿ ਉਹ ਇੱਕ ਦਿਨ 1 ਘੰਟਾ ਵੀ ਆਪਣਾ ਕਿਸੇ ਕਿਸਮ ਦਾ ਵੇਸਟ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਜਿੱਥੇ ਤੱਕ ਸਵਾਲ ਹੈਗਾ ਇਹ ਚੋਣ ਦੇ ਵਿੱਚ ਕਾਂਗਰਸ ਪਾਰਟੀ ਦਾ, ਉਹਨਾਂ ਦਾ ਆਪਾਂ ਜਿਸ ਤਰ੍ਹਾਂ ਅੱਗੇ ਵੀ ਗੱਲ ਕਰਦੇ ਸੀਗੇ ਕਿ ਜਿਸ ਤਰੀਕੇ ਨਾਲ ਸ਼ੁਰੂ 'ਚ ਕੇਕ ਵਾਕ ਲੱਗਦੀ ਸੀ ਵੀ ਨਹੀਂ ਉਹਨਾਂ ਦਾ ਤੇ ਹੋ ਹੀ ਜਾਣਾ, ਗੱਲ ਤੇ ਇਹ ਹੈ ਕਿ ਮਾਰਜਨ ਕਿੰਨੇ ਨਾ ਹੋਣਗੇ। ਇਹਨਾਂ ਦੇ ਜ਼ੋਰ ਪੈਣ ਦੇ ਨਾਲ ਉਹਨਾਂ ਦਾ ਵੀ ਉਸ ਸੀਟ ਨੂੰ ਰਿਟੇਨ ਕਰਨਾ ਜਾਂ ਉਸ ਛਵੀ ਨੂੰ ਬਰਕਰਾਰ ਰੱਖਣਾ ਪਹਿਲਾਂ ਨਾਲੋਂ ਔਖਾ ਹੋਇਆ। ਜੇ ਉਹ ਤੁਰੰਤ ਬੜੇ ਵੱਡੇ ਪੱਧਰ ਤੇ ਕਾਂਗਰਸ ਦੇ ਲੀਡਰ ਸਾਰੇ ਮਿਲ ਕੇ ਇੱਕ ਕੋਆਰਡੀਨੇਸ਼ਨ ਬਣਾ ਕੇ ਵੱਡਾ ਬਚਾਓ ਆਪਣਾ ਨਹੀਂ ਕਰਨਗੇ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਦੇ ਅਸਾਰ ਵੀ ਹੋ ਸਕਦੇ ਆ। ਤੀਜੀ ਗੱਲ ਜਿਹੜੀ ਅੱਜ ਬੜੀ ਵੱਡੀ ਚਰਚਾ ਜਲੰਧਰ ਦੇ ਬਾਰੇ ਚੱਲ ਰਹੀ ਹੈ, ਉਹ ਇਹ ਚੱਲ ਰਹੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਇਸ ਤਰੀਕੇ ਨਾਲ ਅਚਾਨਕ ਸਾਡੇ ਤੋਂ ਚਲੇ ਜਾਣਾ, ਉਹਦਾ ਅਸਰ ਕੀ ਅਕਾਲੀ ਦਲ ਨੂੰ ਇੱਕ ਕਿਸਮ ਦੀ ਸਿੰਪਥੀ ਵੋਟ ਦਾ ਜਲੰਧਰ ਵਾਲੀਆਂ ਸੀਟ ਦੇ ਉੱਤੇ ਹੋਊਗਾ ਜਾਂ ਉਹਦਾ ਕੋਈ ਅਸਰ ਨਹੀਂ ਹੋਊਗਾ। ਤੇ ਇਹਦੇ ਬਾਰੇ ਵੀ ਅੱਜ ਕਾਫੀ ਚਰਚਾ ਚਾਰੇ ਪਾਸੇ ਸਰਗਰਮ ਰਹੀ। ਮੈਨੂੰ ਇੰਝ ਲੱਗਦਾ ਕਿ ਸ਼ਾਇਦ ਅਕਾਲੀ ਦਲ ਨੂੰ ਕੁਝ ਦਿਨਾਂ ਲਈ ਜਾਂ ਕੁਝ ਇਸ ਚੋਣ ਦੇ ਵਿੱਚ, ਕੁਝ ਦਿਨ ਹੀ ਰਹਿ ਗਏ ਚੋਣ ਦੇ ਵਿੱਚ ਤੇ 10 ਦਿਨ ਹੀ ਰਹਿ ਗਏ ਆ ਪ੍ਰੈਕਟੀਕਲੀ ਸਾਡਾ ਪ੍ਰਚਾਰ ਕਰਨਾ, ਤਾਂ ਇਹਦੇ ਵਿੱਚ ਤੇ ਸ਼ਾਇਦ ਥੋੜਾ ਬਹੁਤ ਇੱਕ ਐਜ ਮਿਲ ਸਕਦਾ, ਫਾਇਦਾ ਹੋ ਸਕਦਾ। ਜਿੱਤਣ ਦੀ ਗੱਲ ਨਹੀਂ ਮੈਂ ਕਹਿ ਰਿਹਾ, ਪਰ ਪਹਿਲਾਂ ਨਾਲੋਂ ਜਿਸ ਵੀ ਪੋਜੀਸ਼ਨ ਦੇ ਵਿੱਚ ਬੀਐਸਪੀ ਤੇ ਅਕਾਲੀ ਦਲ ਜਲੰਧਰ ਦੀ ਚੋਣਾਂ ਦੇ ਵਿੱਚ ਖੜੇ ਸੀ, ਉਹਦੇ ਨਾਲੋਂ ਉਹਨਾਂ ਨੂੰ ਥੋੜਾ ਬਹੁਤ ਹਲੂਣਾ ਮਿਲ ਸਕਦਾ। ਬਾਕੀ ਇਸ ਗੱਲ ਤੇ ਵੀ ਇਸ ਮਨਸਰ ਕਰਦਾ ਹੈ ਕਿ ਅਕਾਲੀ ਦਲ ਕਿੰਨੀ ਜਲਦੀ ਦੁਬਾਰਾ ਉਸ ਸੋਗ ਵਾਲੇ ਮਾਹੌਲ ਚੋਂ ਬਾਹਰ ਆ ਕੇ ਆਪਣੇ ਇਸ ਮੋੜ ਦੇ ਵਿੱਚ ਆ ਪਾਉਂਦੇ ਆ, ਉਹਦਾ ਵੀ ਇੱਕ ਕਾਫੀ ਆਪਣੇ ਤੌਰ ਦੇ ਉੱਤੇ ਅਸਰ ਹੋਊਗਾ। ਓਵਰਆਲ ਜਿਹੜਾ ਤੁਸੀਂ ਇਹ ਕਹਿ ਰਹੇ ਆ ਕਿ ਕੀ ਜਿਹੜਾ ਹੁਣ ਦਿੱਲੀ ਵਾਲਾ ਮਾਹੌਲ ਹੈਗਾ ਜਾਂ ਦਿੱਲੀ ਦੇ ਵਿੱਚ ਜੋ ਸਿਸੋਦੀਆ ਦਾ ਪਹਿਲਾਂ ਤੇ ਲੱਗਦਾ ਸ਼ਾਇਦ 5-7 ਦਿਨ ਕਰਕੇ ਛੱਡ ਕੇ ਆ ਜਾਣਗੇ, ਹੁਣ ਤੇ ਉਹਨਾਂ ਨੂੰ ਮੇਰੇ ਖਿਆਲ ਮਹੀਨੇ ਤੋਂ ਉੱਪਰ ਹੋ ਗਿਆ ਹੋਣਾ ਆ। ਇਸੇ ਤਰੀਕੇ ਨਾਲ ਸਤਿੰਦਰ ਜੈਨ ਦਾ ਵੀ ਇੰਝ ਲੱਗਦਾ ਸੀ ਕਿ ਉਹ ਜੇਲ੍ਹ ਮੰਤਰੀ ਨੂੰ ਥੋੜੀ ਕੋਈ ਜੇਲ੍ਹ 'ਚ ਦੇ ਦੂਗਾ, ਉਹ ਤੇ ਜੇਲ੍ਹ ਮੰਤਰੀ ਹੈਗੇ ਆ, ਉਹਨੇ ਤੇ ਦੂਜਿਆਂ ਨੂੰ ਛੱਡਣਾ, ਆਪ ਥੋੜੀ ਜੇਲ੍ਹ 'ਚ ਬੈਠਣਾ। ਪਰ ਸਾਲ ਖੰਡ ਮੇਰਾ ਖਿਆਲ ਉਹਨਾਂ ਨੂੰ ਵੀ ਹੋਣ ਵਾਲਾ ਆ। ਇਹ ਜਿਹੜਾ ਉਹਨੂੰ ਵੈਂਡੇਟਾ ਪੋਲਿਟਿਕਸ ਕਹੋ ਜਾਂ ਇਹਨਾਂ ਦਾ ਐਕਚੁਅਲੀ ਇੰਨਾ ਵੱਡਾ ਕ੍ਰਾਈਮ ਹੈਗਾ ਕਿ ਇਹਨਾਂ ਨੂੰ ਅੰਦਰ ਬੈਠਣਾ ਪੈ ਰਿਹਾ, ਕਿਉਂਕਿ ਵਿੱਚ ਕੋਰਟਾਂ ਵੀ ਇਨਵੋਲਵਡ ਹੈਗੀਆਂ, ਕੋਰਟਾਂ ਫੈਸਲਾ ਕਰ ਰਹੀਆਂ ਨਾ, ਜਿਹਦੀ ਵਿਰੋਧਤਾ ਸਿੱਧੀ ਕੇਜਰੀਵਾਲ ਨਹੀਂ ਕਰ ਸਕਦਾ। ਹੁਣ ਇਹ ਕਿਉਂ ਹੋ ਰਿਹਾ, ਕੀ ਹੋ ਰਿਹਾ, ਇਹ ਤੇ ਹੌਲੀ ਹੌਲੀ ਉਹਦੀਆਂ ਪਰਤਾਂ ਖੁੱਲਣਗੀਆਂ। ਪਰ ਜਿਹੜਾ ਉਹਨਾਂ ਨੇ ਅਸੈਂਬਲੀ 'ਚ ਭਾਸ਼ਣ ਦਿੱਤਾ ਸੀ, ਉਹਦਾ ਜਵਾਬ ਤੇ ਉਹਨਾਂ ਨੇ ਜਿਹੜਾ 45 ਕਰੋੜ ਦਾ ਘਰ ਦੇ ਉੱਤੇ ਖਰਚੇ ਦਾ ਦਿਖਾ ਕੇ ਕਿ ਇਹ ਜੇ ਚੌਥੀ ਪਾਸ ਨਰਿੰਦਰ ਮੋਦੀ ਜੀ ਰਾਜਾ, ਤਾਂ ਕੇਜਰੀਵਾਲ ਇੱਕ ਸ਼ਾਹੂਕਾਰ, ਵੱਡਾ ਪੈਸਾ ਲਾਉਣ ਵਾਲੇ, ਵੱਡਾ ਸ਼ੀਸ਼ ਮਹਿਲ 'ਚ ਰਹਿਣ ਵਾਲੇ ਮਹਾਰਾਜਾ ਹੈਗੇ। ਇਸ ਕਿਸਮ ਦਾ ਵੀ ਇਹ ਆਮ ਆਦਮੀ ਪਾਰਟੀ ਵਾਲੀ ਕੋਈ ਗੱਲ, ਸਵਰਾਜ ਵਾਲੀ ਗੱਲ, ਉਹ ਲਾਲ ਬੱਤੀਆਂ ਵਾਲੀ ਗੱਡੀ ਨਹੀਂ ਲੈਣ ਵਾਲੀ ਗੱਲ, ਇਹ ਗੱਲਾਂ ਇੱਥੇ ਨਹੀਂ ਰਹਿ ਗਈਆਂ। ਹੁਣ ਤੁਹਾਡਾ ਅਗਲਾ ਸਵਾਲ ਹੈ ਕਿ ਦਿੱਲੀ ਵਿੱਚ ਤੇ ਉਹਨਾਂ ਨੇ ਇਸ ਕਿਸਮ ਦੀ ਕਾਫੀ ਘੇਰਾਬੰਦੀ, ਕੇਜਰੀਵਾਲ ਦਾ ਸੱਜਾ ਹੱਥ ਸਿਸੋਦੀਆ ਤੇ ਉਹਨਾਂ ਦਾ ਸਿਸੋਦੀਆ ਹੋਣਾ ਦਾ ਅੱਗੇ ਇੱਕ ਵੱਡਾ ਪਿਲਰ ਸਤਿੰਦਰ ਜੈਨ, ਉਹਨਾਂ ਨੂੰ ਹੱਥ ਪਾ ਲਿਆ। ਕਿਹੜੀ ਗੱਲ ਤੇ ਪਾਇਆ? ਉਹ ਇਹ ਕਿ ਜਿਹੜੀ ਉੱਥੇ ਦੀ ਆਬਕਾਰੀ ਨੀਤੀ ਹੈ, ਉਹ ਜਿਹੜੀ ਕਿ ਤੁਰੰਤ ਜਦੋਂ ਉਹਦੇ ਤੇ ਦੋਸ਼ ਲੱਗੇ ਤੇ ਇਹਨਾਂ ਨੇ ਵਾਪਸ ਲੈ ਲਈ ਤੇ ਦੁਬਾਰਾ ਪੁਰਾਣੀ ਆਬਕਾਰੀ ਨੀਤੀ ਤੇ ਚਲੇ ਗਏ। ਉਹੀ ਹੀ ਨੀਤੀ ਜਿਹੜੀ ਆ ਪੰਜਾਬ 'ਚ ਲਾਗੂ ਆ। ਇਹ ਚਰਚਾ ਹੈਗੀ ਹੈ ਸੁਖਵਿੰਦਰ ਜੀ, ਕਾਫੀ ਸਫਾ ਦੇ ਵਿੱਚ ਇਹ ਚਰਚਾ ਹੈ ਕਿ ਕੀ ਇਸ ਚੋਣਾਂ ਦੇ ਵਿੱਚ ਬੀਜੇਪੀ ਉਸੇ ਚੀਜ਼ ਨੂੰ ਸਰਗਰਮ ਕਰਕੇ ਜਾਂ ਉਸ ਕੇਸ ਨੂੰ ਇੱਥੇ ਜਿਹੜਾ ਤੁਸੀਂ ਕਹਿੰਦੇ ਸੇਕ ਲਵਾ ਕੇ ਕੋਈ ਇੱਥੇ ਨਵੇਂ ਚੂਜ਼ੇ ਕੱਢਣਗੇ, ਜਿਵੇਂ ਮੁਰਗੀ ਆਪਣੇ ਆਂਡਿਆਂ ਨੂੰ ਸੇਕ ਦੇ ਕੇ ਨਵੇਂ ਚੂਜ਼ੇ ਕੱਢਦੀ ਹੈ, ਕੋਈ ਨਵਾਂ ਕੇਸ ਇੱਥੇ ਖੜਾ ਹੋਊਗਾ, ਕੋਈ ਨਵਾਂ ਬਵਾਲ ਜਿਹੜਾ ਆ ਉਹ ਕਿਸੇ ਕਿਸਮ ਦਾ ਹੋਊਗਾ। ਤੇ ਕਿਹੜੇ ਇੱਥੇ ਵੱਡੇ ਬੰਦੇ ਸੀਗੇ, ਉਹ ਬਿਊਰੋਕ੍ਰੇਸੀ ਚੋਂ ਕਿਹੜੇ ਸੀ, ਪੋਲੀਟੀਕਲ ਪਾਰਟੀ ਦੇ, ਆਪਣੇ ਆਮ ਆਦਮੀ ਪਾਰਟੀ ਦੇ ਕਿਹੜੇ ਲੀਡਰ ਸੀ ਜਿਹੜੇ
ਉਹਨਾਂ ਮੀਟਿੰਗਾਂ 'ਚ ਬਹਿ ਕੇ ਇਸ ਪਾਲਿਸੀ ਨੂੰ ਪਾਸ ਕੀਤਾ ਜਿਨ੍ਹਾਂ ਨੇ, ਔਰ ਜਿਨ੍ਹਾਂ ਨੇ ਫਿਰ ਬਾਅਦ ਵਿੱਚ ਲਾਗੂ ਕੀਤਾ। ਇੱਕ ਗੱਲ ਤੇ ਸਾਫ਼ ਆ ਕਿ ਚੀਫ ਮਿਨਿਸਟਰ ਦੀ ਮੋਰਲ ਜ਼ਿੰਮੇਵਾਰੀ ਤੇ ਸਭ ਤੋਂ ਵੱਡੀ ਇਸ ਆਬਕਾਰੀ ਨੀਤੀ ਨੂੰ, ਕਿਉਂਕਿ ਕੈਬਨਿਟ ਦਾ ਡਿਸੀਜਨ ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੀ ਚੇਅਰਮੈਨਸ਼ਿਪ ਵਿੱਚ ਹੀ ਹੁੰਦਾ। ਜਦੋਂ ਵੀ ਕੋਈ ਚੀਜ਼ ਨੂੰ ਲਾਗੂ ਕਰਨਾ ਤਾਂ ਚੀਫ ਮਿਨਿਸਟਰ ਦੀ ਉਹਦੇ 'ਚ ਅਹਿਮ ਤੇ ਮੁੱਖ ਭੂਮਿਕਾ ਦੇ ਤੌਰ ਤੇ ਸਾਹਮਣੇ ਆਊਗੀ। ਡਿਪੈਂਡ ਕਰਦਾ ਆ ਸੁਖਵਿੰਦਰ, ਇਹ ਜ਼ਰੂਰੀ ਨਹੀਂ ਹੈ ਕਿ ਬੀਜੇਪੀ ਸਾਰੇ ਪਾਸੇ ਆਪਣਾ ਇਹ ਪੱਤਾ ਇਸ ਤਰੀਕੇ ਨਾਲ ਖੋਲ ਲੈਣ। ਕਈ ਵਾਰੀ ਕੀ ਹੁੰਦਾ ਕਿ ਕਿਸੇ ਤੁਸੀਂ ਹਥਿਆਰ ਨੂੰ ਰਾਜਨੀਤੀ ਦੇ ਵਿੱਚ ਜ਼ਿਆਦਾ ਵਰਤੋਂ ਕਰ ਲਓ ਜਾਂ ਕਵਰਤੋਂ ਕਰ ਲਓ ਜ਼ਿਆਦਾ, ਤਾਂ ਉਹਦੇ ਵਿੱਚ ਫਿਰ ਉਹਦਾ ਚੰਗਾ ਅਸਰ ਹੋਣ ਦੀ ਜਗ੍ਹਾ ਉਲਟਾ ਅਸਰ ਵੀ ਹੁੰਦਾ। ਲੋਕ ਕਹਿੰਦੇ ਅੱਛਾ ਯਾਰ ਇਹ ਤੇ ਪਿੱਛੇ ਪੈ ਗਏ, ਇਹ ਤੇ ਇਹਨਾਂ ਨੂੰ ਤੰਗ ਕਰ ਰਹੇ ਆ, ਅਸਲ 'ਚ ਇਹ ਤੇ ਇਹਨਾਂ ਤੋਂ ਬਦਲਾਖੋਰੀ ਦੀ ਰਾਜਨੀਤੀ ਕਰ ਰਿਹਾ। ਕੋਰਟਾਂ ਨੂੰ ਵੀ ਜਿਹੜੇ ਆਪਣੇ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਕੇ ਇਹੋ ਜਿਹੇ ਫੈਸਲੇ ਹੋ ਰਹੇ, ਇਸ ਪਾਸੇ ਨੂੰ ਵੀ ਸਾਰੀ ਚਰਚਾ ਜਾ ਸਕਦੀ ਆ। ਜਿਹੜਾ ਸਭ ਤੋਂ ਵੱਡਾ ਕਮਜ਼ੋਰ ਪੁਆਇੰਟ ਆਮ ਆਦਮੀ ਪਾਰਟੀ ਦਾ ਦਿੱਲੀ 'ਚ ਨਿਕਲਦਾ, ਜਿੱਥੋਂ ਲੋਕਾਂ ਨੂੰ ਥੋੜਾ ਸ਼ੱਕ ਪੈਦਾ ਹੁੰਦਾ ਕਿ ਇਹਨਾਂ ਨੇ ਪਾਲਿਸੀ ਵਾਪਸ ਕਿਉਂ ਲਈ। ਜੇ ਠੀਕ ਸੀ, ਜੇ ਫਾਇਦੇਮੰਦ ਸੀ ਤੇ ਲਾਗੂ ਸੋਚ ਸਮਝ ਕੇ ਕੀਤੀ ਸੀ ਤੇ ਰੈਵਨਿਊ ਵੀ ਜ਼ਿਆਦਾ ਆ ਰਿਹਾ ਸੀ, ਉਹਦੇ ਨਾਲ ਪੈਸੇ ਵੀ ਸਰਕਾਰ ਨੂੰ ਜ਼ਿਆਦਾ ਆ ਰਹੇ ਸੀ, ਤਾਂ ਫਿਰ ਉਹਨੂੰ ਵਾਪਸ ਲੈਣ ਦੀ ਲੋੜ ਹੀ ਨਹੀਂ ਸੀ। ਫਿਰ ਤੇ ਉਹਨੂੰ ਡਿਫੈਂਡ ਕਰਨਾ ਚਾਹੀਦਾ ਸੀ ਵੀ ਜੇ ਕਮੀ ਸੀ ਤੇ ਫਿਰ ਉਹਨੂੰ ਵਾਪਸ ਲਿਆ, ਤੇ ਜੇ ਕਮੀ ਦਿੱਲੀ ਵਿੱਚ ਸੀ ਤੇ ਉਹ ਪਾਲਿਸੀ ਪੰਜਾਬ ਦੇ ਵਿੱਚ ਵੀ ਹੈ ਤੇ ਇੱਥੇ ਵਾਪਸ ਕਿਉਂ ਨਹੀਂ ਲਿਆ। ਇਹ ਗੱਲਾਂ ਲੋਕਾਂ ਦੇ ਮਨ ਵਿੱਚ ਹੈਗੀਆਂ, ਪਰ ਸੇਕ ਲੱਗਦਾ ਨਹੀਂ ਲੱਗਦਾ। ਉਹ ਰਾਜਨੀਤਿਕ ਲੋਕ ਬੜੇ ਤਿੱਖੇ ਤੇ ਤੇਜ਼ ਹੁੰਦੇ ਆ ਇਹਨਾਂ ਮਾਮਲਿਆਂ ਦੇ ਵਿੱਚ। ਮੈਨੂੰ ਨਹੀਂ ਲੱਗਦਾ ਹਾਲ ਦੀ ਘੜੀ ਕਿ ਕੋਈ ਇਹੋ ਜਿਹਾ ਵੱਡਾ ਸਟੈਪ ਇਹਨਾਂ ਚੋਣਾਂ ਦੇ ਦੌਰਾਨ ਕੇਂਦਰ ਦੀ ਸਰਕਾਰ ਪੰਜਾਬ ਆਪ ਦੇ ਵਿਰੁੱਧ ਲਊਗੀ। ਜੀ, ਚੰਗੀ ਗੱਲ ਇਹਦੇ ਵਿੱਚ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਐਲਾਨ ਕੀਤਾ, ਜੋ ਇਹ ਸਰਕਾਰ ਦੀ ਪਾਲਿਸੀ ਸੀ ਕਿ ਅਸੀਂ 1 ਕਰੋੜ ਰੁਪਇਆ ਦਿਆਂਗੇ, ਉਹ ਦਿੱਤਾ ਵੀ। ਸਰਕਾਰੀ ਨੌਕਰੀਆਂ ਦਾ ਵਾਅਦਾ ਵੀ ਕੀਤਾ ਕਿ ਉਹ ਵੀ ਆਉਣ ਵਾਲੇ ਸਮੇਂ 'ਚ ਦਿਆਂਗੇ। ਮੁੱਖ ਮੰਤਰੀ ਸਾਹਿਬ ਆਪ ਜਾ ਕੇ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਵੀ ਵੰਡਾ ਕੇ ਆਏ ਨੇ। ਇਹ ਇੱਕ ਬਹੁਤ ਵਧੀਆ, ਇੱਕ ਮਤਲਬ ਕਿ ਇਸ ਸਿਆਸਤ ਨੂੰ ਉਸ ਨਜ਼ਰੀਏ ਤੋਂ ਵੀ ਦੇਖਣਾ ਚਾਹੀਦਾ ਹੈ ਕਿ ਉਹਨਾਂ ਪਰਿਵਾਰਾਂ ਨਾਲ ਜਦੋਂ ਤੁਸੀਂ ਹਮਦਰਦੀ ਜਤਾਉਂਦੇ ਹੋ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਤੁਹਾਡੇ ਪ੍ਰਤੀ ਕਿਹੋ ਜਿਹੀ ਛਾਪ ਬਣਦੀ ਹੈ। ਪਰ ਜਦੋਂ ਗੱਲ ਪ੍ਰੋਫੈਸਰ ਸਾਹਿਬ ਅਗਲੇ ਮੁੱਦਿਆਂ ਦੀ, ਜਿਵੇਂ ਮੈਂ ਕਿਹਾ ਕਿ ਚੋਣਾਂ ਦੇ ਵਿੱਚ ਮੁੱਦੇ ਸਾਰੇ ਆਉਣਗੇ, ਤੁਹਾਡੇ ਹੱਕ ਵਾਲੀਆਂ ਵੀ ਗੱਲਾਂ ਹੋਣਗੀਆਂ, ਤੁਹਾਡੇ ਵਿਰੋਧ ਵਿੱਚ ਵੀ ਗੱਲਾਂ ਹੋਣਗੀਆਂ ਕਿ ਤੁਸੀਂ ਕੀ ਕੰਮ ਕੀਤਾ ਤੇ ਕੀ ਨਹੀਂ ਕੀਤਾ, ਗਲਤ ਕੀ ਕੀਤਾ ਤੇ ਸਹੀ ਕੀ ਕੀਤਾ। ਲਤੀਫਪੁਰੇ ਵਾਲਾ ਰੌਲਾ ਜਿਹੜਾ ਉਹ ਨਾਲੋਂ ਨਾਲ ਚੱਲ ਰਿਹਾ ਆ। ਫਿਰ ਇਹਦੇ ਵਿੱਚ ਜਿਵੇਂ ਮੈਂ ਸਰਪੰਚਾਂ ਦੀ ਗੱਲ ਕੀਤੀ ਸੀ ਕਿ ਜੇ ਉਧਰ ਨੂੰ ਵਿਜੀਲੈਂਸ ਦੀ ਜਾਂਚ ਤੁਰਦੀ ਹੈ ਤਾਂ ਉਹਦਾ ਕੀ ਅਸਰ ਅੰਦਾਜ਼ ਇਸ ਸਭ ਦੇ ਵਿਚਾਲੇ ਦੇਖਣ ਨੂੰ ਮਿਲਦਾ, ਉਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਫੈਕਟਰ ਹੋਏਗਾ ਕਿ ਜੇ ਸਰਪੰਚਾਂ ਵੱਲ ਕਾਰਵਾਈ ਤੁਰਦੀ ਹੈ ਤਾਂ ਉਹ ਉੱਥੇ ਤੱਕ ਸੀਮਤ ਨਹੀਂ ਰਹਿ ਸਕਦੀ, ਉਹ ਉੱਪਰ ਤੱਕ ਵੀ ਜਾਏਗੀ ਕਿ ਕਿਤੇ ਨਾ ਕਿਤੇ ਤਾਂ ਹਿੱਸਾ ਪੱਤੀ ਜਾਂਦਾ ਸੀ। ਬਿਲਕੁਲ ਠੀਕ ਹੈ। ਦੇਖੋ ਇਸ ਹਾਲਾਤ ਦੇ ਦੌਰਾਨ ਜਿਸ ਤਰੀਕੇ ਨਾਲ ਨੈਕ ਟੂ ਨੈਕ ਫਾਈਟ, ਉੱਥੇ ਕਾਫੀ ਕਰੂਸ਼ੀਅਲ ਫਾਈਟ ਚੱਲਣੀ ਹੈ ਚਾਰੇ ਪਾਸਿਓਂ। ਜਲੰਧਰ ਬਾਈ ਇਲੈਕਸ਼ਨ ਜਿਹੜੀ ਹੈ ਉਹ ਜਿਸ ਤਰ੍ਹਾਂ ਸੀ ਨਾ, ਇੱਕ ਵਾਰੀ ਕੁਝ ਪਿੰਡ ਮਿਲਾਉਣੇ ਸੀਗੇ, ਪੰਜਾਬੀ ਬੋਲਦੇ ਇਲਾਕੇ, ਉਹ ਹਰਿਆਣਾ ਕਲੇਮ ਕਰਦਾ ਸੀ, ਪੰਜਾਬ ਆਪਣਾ ਕਲੇਮ ਕਰਦਾ ਸੀ, ਤੇ ਇੱਕ ਪਿੰਡ ਦੇ ਸਰਵੇ ਨੇ ਜਾਂ ਤੇ ਪੰਜਾਬ ਦੇ ਕਾਫੀ ਪਿੰਡ ਅਬੋਹਰ ਵਾਲੇ ਵੱਲ ਦੇ ਦੇਣੇ ਸੀਗੇ ਤੇ ਜਾਂ ਸਾਨੂੰ ਉਹ ਬਚੇ ਰਹਿਣੇ ਸੀ। ਉਹ ਪਿੰਡ ਦਾ ਨਾਂ ਸੀ ਕੰਦੂ ਖੇੜਾ। ਤੇ ਮੈਨੂੰ ਅਜੇ ਵੀ ਯਾਦ ਆ ਕਿ ਪੰਜਾਬੀ ਟ੍ਰਿਬਿਊਨ ਨੇ ਖਬਰ ਲਾਈ, ਕੰਦੂ ਖੇੜਾ ਕਰੂ ਨਬੇੜਾ। ਤੇ ਇਹ ਉਹਦਾ ਟਾਈਟਲ ਸੀ ਵੀ ਇਹ ਸਾਰੇ ਮਾਮਲੇ ਦਾ ਵੀ ਜੇ ਤੇ ਉਹਨਾਂ ਨੇ ਮੈਜੋਰਿਟੀ ਸਾਡੇ ਪੰਜਾਬੀਆਂ ਦੀ ਨਿਕਲੀ, ਪੰਜਾਬੀ ਬੋਲਣ ਵਾਲਿਆਂ ਦੀ ਨਿਕਲੀ, ਤੇ ਸਾਰੇ ਪਿੰਡ ਬਚ ਜਾਣਗੇ, ਬਾਕੀ ਦੇ ਨਹੀਂ ਤੇ ਇਹ ਵੀ ਜਾਣਗੇ ਤੇ ਕੰਦੂ ਖੇੜਾ ਵੀ ਜਾਊਗਾ। ਉਹੋ ਹੀ ਹਾਲਾਤ ਇੱਥੇ ਦੀ ਹੈਗੀ ਹੈ ਪੰਜਾਬ ਦੇ ਕਿ ਇਸ ਵੇਲੇ ਮੈਨੂੰ ਲੱਗਦਾ ਕਿ ਉਹ ਕੋਈ ਵੀ ਇਹੋ ਜਿਹੀ ਵੱਡਾ ਸਟੈਪ ਇਹ ਨਹੀਂ ਲੈਣਗੇ ਕਿ ਕਰਪਸ਼ਨ ਦਾ ਜਾਂ ਸਰਪੰਚਾਂ ਦਾ ਜਾਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਤੇਜ਼ ਕਰਨੀ ਆ। ਕਿਉਂਕਿ ਕਰਪਸ਼ਨ ਦਾ ਤੇ ਇੱਕ ਇਹੋ ਜਿਹਾ ਮੁੱਦਾ ਆ, ਉਹ ਇੱਕ ਸਾਡੀ ਜਿਸ ਤਰ੍ਹਾਂ ਸਿਰ ਦੀਆਂ ਜੂਆਂ ਹੁੰਦੀਆਂ ਨਾ, ਜਿੱਥੇ ਵੀ ਬੰਦਾ ਹੁੰਦਾ ਉੱਥੇ ਚਲੇ ਹੀ ਜਾਂਦੀਆਂ ਕਿਸੇ ਨਾਲ। ਉਹ ਉਹ ਹਾਲਤ ਆ। ਕਰਪਸ਼ਨ ਜਿਹੜੀ ਹੈ ਨਾ, ਜਿੱਥੇ ਵੀ ਬੰਦੇ ਹੈਗੇ ਆ ਜਾਂ ਜਿੱਥੇ ਵੀ ਸਿਸਟਮ ਹੈਗਾ ਉਹ ਪਹੁੰਚ ਹੀ ਜਾਂਦਾ ਆ। ਮਤਲਬ ਕਰਪਸ਼ਨ ਨੂੰ ਤੁਸੀਂ ਰੋਕ ਨਹੀਂ ਪਾਉਂਦੇ ਹੈ। ਹਾਂ, ਕਰਪਸ਼ਨ ਇੰਨੀ ਜੇ ਵੱਧ ਜਾਏ ਕਿ ਤੁਹਾਡਾ ਸਿਸਟਮ ਹੀ ਸਾਰਾ ਜਾਮ ਹੋ ਜੇ, ਉਹ ਗੱਲ ਜਿਹੜੀ ਹੈ ਉੱਥੇ ਉਹ ਖਤਰਨਾਕ ਗੱਲ ਹੈਗੀ ਹੈ। ਇਹਨਾਂ ਨੂੰ ਹਾਲ ਦੀ ਘੜੀ
ਇਸ ਪਾਸੇ ਨੂੰ ਲਿਜਾਣ ਲਈ ਜਾਣ ਤੋਂ ਬਚਣਾ ਚਾਹੀਦਾ ਹੈ ਕਿ ਇਹ ਸਰਪੰਚ ਜਿਹੜੇ ਕਿ ਪਿੰਡਾਂ ਦੇ ਵਿੱਚ ਹੁੰਦੇ ਆ, ਤੇ ਜੇ ਥੋੜੇ ਸਰਪੰਚਾਂ ਤੇ ਵੀ ਨਕੇਲ ਇਹੋ ਜਿਹੀ ਕੱਸ ਦਿੰਦੇ ਆ, ਸਰਪੰਚ ਤੇ ਤੁਹਾਨੂੰ ਪਤਾ ਇੱਥੇ ਗਾਣੇ ਬਣੇ ਹੋਏ ਸੀ, ਲੈ ਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ, ਇਹ ਤੇ ਗਾਣੇ ਬਣੇ ਹੋਏ ਸੀ, ਤੇ ਤੁਸੀਂ ਉਹਨਾਂ ਨੂੰ ਚਿੱਟੇ ਦੁੱਧ ਤੋਤੇ ਬਗਲੇ ਕਿਵੇਂ, ਤੇ ਉਹ ਤੇ ਲੋਕਲ ਜਿਹੜੇ ਰਾਜਨੀਤੀ ਕਰਦੀਆਂ ਪਾਰਟੀਆਂ ਉਹਨਾਂ ਦੇ ਬਹੁਤੀ ਵਾਰੀ ਨਾਲ ਹੀ ਰਲੇ ਹੁੰਦੇ ਆ, ਕੋਈ ਵੀ ਰਾਜ ਕਰਦੀ ਪਾਰਟੀ ਹੋਵੇ, ਕਿਉਂਕਿ ਸਰਪੰਚਾਂ ਦਾ ਬਿਨਾਂ ਸੱਤਾ ਦੇ ਨੇੜੇ ਹੋਇਆ ਕੰਮ ਚੱਲਦਾ ਨਹੀਂ। ਉਹ ਕਿਸੇ ਪਾਸਿਓਂ ਵੀ ਜਿੱਤ ਕੇ ਆ ਜਾਣ, ਖੜੇ ਉਹ ਭਾਵੇਂ ਅਕਾਲੀਆਂ ਵੱਲੋਂ ਹੋਣ ਜਾਂ ਕਾਂਗਰਸ ਵੱਲੋਂ ਹੋਣ ਜਾਂ ਆਪ ਵੱਲੋਂ ਹੋਣ, ਜਿਹੜੀ ਵੀ ਰੂਲਿੰਗ ਪਾਰਟੀ ਹੁੰਦੀ ਹੈ, ਸਰਕਾਰ ਹੁੰਦੀ ਆ, ਉਹ ਉਹਦੇ ਨੇੜੇ ਤੇੜੇ ਰਹਿੰਦੇ ਆ, ਅੰਦਰੋਂ ਜੋ ਮਰਜ਼ੀ ਹੋਣ, ਤੇ ਹੋ ਸਕਦਾ ਆਪਣੀ ਪਾਰਟੀ ਨੂੰ ਵੀ ਕਹਿੰਦੇ ਹੋਣ ਕਿ ਦੇਖੋ ਯਾਰ ਪੈਸਾ ਤੇ ਇੱਥੋਂ ਆਉਣਾ, ਅਸੀਂ ਤੁਹਾਡੀ ਪਾਰਟੀ ਨੂੰ ਕਰਨਾ, ਸਾਨੂੰ ਅਜੇ ਆਪਣਾ ਟਾਈਮ ਕੱਢਣ ਦਿਓ। ਇਸ ਲਈ ਇਹ ਕਿੰਨਾ ਕੁ ਕਾਰਗਰ ਹੁੰਦੇ ਆ ਇਹੋ ਜਿਹੀਆਂ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਚਾਲਾਂ ਆ, ਇਹ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਇਸ ਪਾਸੇ ਨੂੰ ਸਰਪੰਚਾਂ ਤੱਕ ਗੱਲ ਕੋਈ ਆਪਣੀ ਹਵਾ ਜ਼ਿਆਦਾ ਫੈਲਾਉਣ ਵੱਲ ਵਧਣਗੇ। ਜੇ ਵਧਣਗੇ ਤੇ ਉਹਦਾ ਖਤਰਾ ਜਾਂ ਖਮਿਆਜਾ ਕਾਫੀ ਹੋ ਸਕਦਾ, ਜਿਵੇਂ ਲਤੀਫਪੁਰਾ ਪਹਿਲਾਂ ਹੀ ਸਾਂਭਿਆ ਨਹੀਂ ਜਾ ਰਿਹਾ, ਤੇ ਇਹ ਨਵਾਂ ਕੋਈ ਫਲੱਡ ਗੇਟ ਆਪੋਜੀਸ਼ਨ ਦਾ, ਰੋਸ ਦਾ, ਵੋਟਾਂ ਤੋੜਨ ਵਾਲਾ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਕੋਈ ਇਹੋ ਜਿਹਾ ਨਵਾਂ ਪੰਗਾ ਲਊਗੀ। ਵਿਰੋਧੀਆਂ ਪ੍ਰਤੀ ਸਰਕਾਰ ਦੀ ਕੀ ਮਨਸ਼ਾ ਹੈ, ਇਹ ਵੀ ਬਹੁਤ ਸਵਾਲ ਖੜੇ ਕਰਦੀ ਹੈ। ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ FIR ਕਟਾ ਦਿੱਤੀ ਗਈ ਹੈ। ਖਹਿਰਾ ਸਾਹਿਬ ਜੋ ਕੁਝ ਕਹਿੰਦੇ ਰਹੇ ਨੇ ਜਾਂ ਜੋ ਕੁਝ ਕਹਿ ਰਹੇ ਨੇ, ਉਹ ਤਾਂ ਪਹਿਲਾਂ ਹੀ ਸਰਕਾਰ ਦੇ ਨਿਸ਼ਾਨੇ ਤੇ, ਭਾਵੇਂ ਵਿਧਾਨ ਸਭਾ ਦੇ ਵਿੱਚ ਬੋਲਣ, ਤੇ ਮੈਂ ਜਿਵੇਂ ਨਵਜੋਤ ਸਿੱਧੂ ਵਾਲਾ ਵੀ ਨਾਲ ਜੋੜਨਾ ਜ਼ਰੂਰੀ ਬਣਦਾ ਹੈ ਕਿ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਕਿਉਂ ਘਟਾਈ ਗਈ, ਉਹ ਵੀ ਹੁਣ ਹਾਈ ਕੋਰਟ ਨੇ ਵੀ ਜਵਾਬ ਮੰਗਿਆ ਕਿ ਕਿਹੜੇ ਕਾਰਨਾਂ ਕਰਕੇ ਘਟਾਈ ਗਈ ਹੈ। ਸੁਖਵਿੰਦਰ, ਜਿਹੜੀ ਖਹਿਰਾ ਵਾਲੀ ਮੈਂ ਚਿੱਠੀ ਦੇਖੀ ਹੈ ਜਾਂ ਰਿਪਰੈਜ਼ੈਂਟੇਸ਼ਨ, ਉਹਦੇ ਚ FIR ਦਰਜ ਕਰਾਉਣੀ, ਇਹ ਤੇ ਬੜੀ ਬਚਗਾਨਾ ਗੱਲ ਹੈਗੀ ਆ। ਕੋਈ ਵੀ ਨਹੀਂ ਪ੍ਰੋਟੈਸਟ ਕੀਤਾ ਆ। ਹੁਣ ਸਮਝ ਨਹੀਂ ਆਉਂਦੀ ਕਿੱਡਾ ਕੁ ਵੱਡਾ ਉਹਨਾਂ ਨੇ ਉੱਥੇ ਕੋਈ ਭੰਨ ਤੋੜ ਕਰਤੀ ਆ ਜਾਂ ਕਿਸੇ ਦੇ ਚਪੇੜਾਂ ਮਾਰਤੀਆਂ, ਕੋਈ ਇਹੋ ਜਿਹੀ ਗੱਲ ਮੈਨੂੰ ਤੇ ਉਸ ਰਿਪਰੈਜ਼ੈਂਟੇਸ਼ਨ ਚ ਲੱਗੀ ਨਹੀਂ। ਕੋਈ SDM ਦੇ ਸਾਹਮਣੇ 10 ਅਪ੍ਰੈਲ ਨੂੰ ਕੋਈ ਪ੍ਰੋਟੈਸਟ ਕੀਤਾ, ਉਹਦੀ FIR ਕੱਟ ਦੇਣੀ। ਦੇਖੋ, ਇਹ ਪਿੰਡਾਂ ਦੇ ਵਿੱਚ ਆਮ ਬੰਦਿਆਂ ਨਾਲ ਤੇ ਤੁਸੀਂ ਕਈ ਵਾਰੀ ਧੱਕਾ ਕਰਦੇ ਆ ਵੀ ਇਹ ਚੰਡੀਗੜ੍ਹ ਆ ਗਏ, ਕਰ ਦਿਓ FIR, ਉਹਨਾਂ ਨੂੰ ਡਿਸਕਰੇਜ ਕਰ ਲਈ। ਇੱਕ LOP ਰਿਹਾ, ਲੀਡਰ ਆਫ ਆਪੋਜੀਸ਼ਨ ਰਿਹਾ, ਉਹ ਪਹਿਲਾਂ ਹੀ ਤੁਹਾਨੂੰ ਪਤਾ ਕਿੱਡਾ ਵੋਕਲ ਹੈਗਾ। ਇਹ ਹੋਇਆ ਨਵਜੋਤ ਸਿੰਘ ਸਿੱਧੂ ਹੋਇਆ, ਜਗਮੀਤ ਬਰਾੜ ਹੋਇਆ, ਜਾਂ ਇਹ ਸਾਰਿਆਂ ਨੂੰ ਕੋਈ ਰੋਕ ਸਕਦਾ ਬੋਲਣੋਂ, ਕੋਈ ਬੰਦ ਕਰ ਸਕਦਾ? ਤੁਸੀਂ FIR ਦਰਜ ਕਰਕੇ ਉਹਨਾਂ ਦੀ ਆਵਾਜ਼ ਹੋਰ ਉੱਚੀ ਚੁੱਕੋਗੇ, ਉਹਨਾਂ ਦਾ ਫਾਇਦਾ ਹੀ ਕਰੋਗੇ, ਨੁਕਸਾਨ ਥੋੜੀ ਹੋਊਗਾ। ਇਹ ਸੋਚਣਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ FIR ਇਹ ਇਮਿਊਨ ਹੈ, ਇਹਨਾਂ ਤੇ ਕਾਨੂੰਨ ਨਹੀਂ ਕੋਈ ਲਾਗੂ ਹੋਣਾ ਚਾਹੀਦਾ। ਕੋਈ ਵੀ ਵੱਡੇ ਤੋਂ ਵੱਡਾ ਬੰਦਾ ਹੋਵੇ, ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਮੈਂ ਕੋਈ ਹੋਰ ਡਿਫੈਂਸ ਨਹੀਂ ਦੇ ਰਿਹਾ, ਪਰ ਜਦ ਤੱਕ ਕੋਈ ਵੱਡਾ ਕਾਰਨ ਨਾ ਹੋਵੇ ਤਾਂ ਫਿਰ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ FIR ਦਰਜ ਕਰਨ ਦਾ ਕੋਈ ਮਤਲਬ ਨਹੀਂ। ਜਿਹੜੀ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਹੈਗੀ, ਅੱਜ ਉਹ ਦਿਨੇ ਵੀ ਕੋਈ ਚਰਚਾ ਸਾਡੀ ਇਸ ਗੱਲ ਦੇ ਉੱਤੇ ਕਿਸੇ ਹੋਰ ਚੈਨਲ ਤੇ ਚੱਲ ਰਹੀ ਸੀ। ਇਹਨਾਂ ਨੂੰ ਜੈਡ ਸਿਕਿਉਰਿਟੀ ਸੀ ਸ਼ਾਇਦ ਪਹਿਲਾਂ, ਔਰ ਉਹਦੇ ਵਿੱਚ 25 ਬੰਦੇ ਹੁੰਦੇ ਆ। ਹੁਣ ਉਹ ਘਟਾ ਕੇ Y+ ਜਾਂ Y ਕਰਤੀ, ਜਿਹ ਚ 15 ਬੰਦੇ ਆ, ਉਹ ਵੀ ਹਥਿਆਰਬੰਦ ਆ। ਜੈਡ ਵਾਲੇ ਵੀ 25 ਵੀ ਹਥਿਆਰਬੰਦ ਹੁੰਦੇ ਆ, ਤੇ ਉਹ ਕਾਫੀ ਸੈਂਟਰ ਵੱਲੋਂ ਕੀਤੀ ਹੋਈ ਇਹਨਾਂ ਦੇ ਬੜੀ ਵੱਡੀ ਸਿਕਿਉਰਿਟੀ ਸੀਗੀ। ਹੁਣ ਸਵਾਲ ਸਾਰਾ ਹੈ ਕਿ ਕੀ ਜੋ ਥ੍ਰੈਟ ਪਰਸੈਪਸ਼ਨ ਹੈਗੀ ਆ ਜਾਂ ਥ੍ਰੈਟ ਆ, ਵਾਕਿਆ ਹੀ 25 ਚਾਹੀਦੇ ਆ ਜਾਂ 50 ਚਾਹੀਦੇ, ਹੋਰ ਵਧਾਉਣੇ ਚਾਹੀਦੇ ਆ ਜਾਂ 15 ਚਾਹੀਦੇ ਆ? ਇਸ ਗੱਲ ਦਾ ਫੈਸਲਾ ਤੇ ਉਹ ਕੋਈ ਕਮੇਟੀ ਪ੍ਰੋਪਰ ਉਹਨੂੰ ਅਵੈਲੂਏਟ ਕਰਕੇ ਥ੍ਰੈਟ ਪਰਸੈਪਸ਼ਨ ਨੂੰ ਸਰਕਾਰ ਖੁਦ ਜ਼ਿੰਮੇਵਾਰੀ ਲਏ। ਇਹ ਨਾ ਕਿ ਸਿੱਧੂ ਮੂਸੇਵਾਲਾ ਵਾਲਾ ਕੇਸ ਹੋਏ ਕਿ ਤੁਸੀਂ ਪਹਿਲਾਂ ਅੱਧਿਓਂ ਵੀ ਘਟਾ ਦਿਓ, ਫਿਰ ਜਿਹੜੀ ਘਟੀ ਹੋਈ ਆ ਉਹਨੂੰ ਵੀ ਹੋਰ ਅੱਧੀ ਕਰ ਦਿਓ, ਤੇ ਫਿਰ ਜਦੋਂ ਬਾਅਦ ਵਿੱਚ ਜੋ ਕੁਝ ਹੋਇਆ ਉਹ ਫਿਰ ਸਰਕਾਰ ਨੂੰ ਆਪਣਾ ਮੂੰਹ ਛਪਾਉਣਾ ਔਖਾ ਹੋ ਗਿਆ। ਇਸ ਕਿਸਮ ਦਾ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਉਹ ਕੋਰਟ 'ਚ ਗਏ ਆ ਕਿ ਮੇਰੇ ਆ ਹਾਲਾਤ ਹੈਗੇ ਆ। ਕੋਰਟ ਨੇ ਜਿਹੜਾ ਇੱਕ ਨੋਟਿਸ ਜਾਰੀ ਹੋ ਜਾਂਦਾ ਕਿ ਤੁਸੀਂ ਜਵਾਬ ਦਿਓ। ਪੰਜਾਬ ਪੁਲਿਸ ਨੂੰ, ਪੰਜਾਬ ਗਵਰਨਮੈਂਟ ਨੂੰ ਨੋਟਿਸ ਪਾਰਟੀ ਬਣਾ ਲਿਆ ਹੋਣਾ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ ਜੋ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਕਿ ਉਹਨਾਂ ਦੀ ਸਿਕਿਉਰਿਟੀ ਕਿਉਂ ਘਟਾਈ ਗਈ ਤੇ ਉਸ ਨੂੰ ਬਰਕਰਾਰ ਕਰਨਾ ਚਾਹੀਦਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਬਹੁਤ ਜੋ ਵੀ ਇਹਦੇ ਤੇ ਹੋਇਆ ਹੋ ਜਾਊਗਾ। ਪਰ ਸਵਾਲ ਮੈਨੂੰ, ਤੁਸੀਂ ਇਹਦਾ ਲਾਰਜਰ ਪਰਸਪੈਕਟਿਵ ਦੇਖੋ, ਕਿੰਨੇ ਕਿਸਮ ਦੇ ਬੰਦਿਆਂ ਨੂੰ ਸਿਕਿਉਰਿਟੀਆਂ ਮਿਲੀਆਂ ਹੋਈਆਂ। ਉਹਨਾਂ ਬੰਦਿਆਂ ਨੂੰ ਵੀ ਕਿ ਜਿਨ੍ਹਾਂ ਨੂੰ ਅਸਲ ਵਿੱਚ ਤੇ ਜੇਲ੍ਹ 'ਚ ਸੁੱਟਣਾ ਚਾਹੀਦਾ, ਕਿਉਂਕਿ ਉਹਨਾਂ ਨੇ ਕੋਈ ਪੁੱਠੇ ਬਿਆਨ ਦਿੱਤੇ, ਪੁੱਠੀਆਂ ਗੱਲਾਂ ਕੀਤੀਆਂ, ਮਾੜੀਆਂ ਕਮਿਊਨਲ ਗੱਲਾਂ ਕੀਤੀਆਂ, ਜਾਂ ਕੋਈ ਕਿਸੇ ਦੇ ਵਿਰੁੱਧ ਨਿੱਜੀ ਮਾੜੀਆਂ ਟਿੱਪਣੀਆਂ ਕੀਤੀਆਂ। ਉਹ ਇੰਨੀਆਂ ਭਿਆਨਕ ਸੀ ਕਿ ਅਗਲੇ ਨੇ ਕੋਈ ਨਾ ਕੋਈ ਅੱਗਿਓਂ ਥ੍ਰੈਟ ਦੇ ਹੀ ਦਿੱਤਾ। ਅਸਲ 'ਚ ਉਹਨਾਂ ਨੇ ਬੋਲਿਆ ਹੀ ਇਸ ਕਰਕੇ ਹੁੰਦਾ ਕਿ ਸਾਨੂੰ ਥ੍ਰੈਟ ਆਵੇ ਤੇ ਉਹ ਚਿੱਠੀ ਦਿਖਾ ਕੇ
ਅਸੀਂ ਆਪਣੀ ਸਿਕਿਉਰਿਟੀ ਹਾਸਲ ਕਰੀਏ। ਬੰਦਾ ਤੇ ਇਹਨਾਂ ਬੰਦਿਆਂ ਤੇ FIR ਦਰਜ ਹੋਣੀ ਚਾਹੀਦੀ ਹੈ ਜਿਹੜੇ ਇਸ ਕਿਸਮ ਦਾ ਸਿਕਿਉਰਿਟੀ ਲੈਂਦੇ। ਸਾਡੇ ਤੇ ਸਭ ਤੋਂ ਵੱਧ ਤੇ ਲਾਰੈਂਸ ਬਿਸ਼ਨੋਈ ਦੀ ਸਿਕਿਉਰਿਟੀ ਹੈ ਇੱਥੇ। ਇਹੀ ਹੈ ਨਾ ਸਾਰਾ, ਸਟੇਟ ਦੀ ਸਰਦਰਦੀ ਹੈ, ਸਟੇਟ ਦੀ ਜ਼ਿੰਮੇਵਾਰੀ ਆ ਕਿ ਜਿੱਡਾ ਵੱਡਾ ਕੋਈ ਕ੍ਰਿਮੀਨਲ ਹੈਗਾ ਉਨੀ ਜ਼ਿਆਦਾ ਉਹਨੂੰ ਸਿਕਿਉਰਿਟੀ ਦਿੱਤੀ ਜਾਏ, ਕਿਉਂਕਿ ਇਹਨਾਂ ਦੀ ਜਿਹੜੀ ਸਿਹਤ ਤੇ ਇਹਨਾਂ ਦੀ ਰੱਖਿਆ ਉਹ ਬਹੁਤ ਜ਼ਰੂਰੀ ਹੈਗੀ ਆ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਨਹੀਂ ਡੀਲ ਕਰਨਾ ਚਾਹੀਦਾ, ਪਰ ਹਾਲਾਤ ਤੇ ਸਾਰੀ ਜਗ੍ਹਾ ਪੁਲਿਸ ਨੂੰ ਜਿਹੜੇ ਅੰਗੇਜ ਕਰਨ ਵਾਲੇ ਆ, ਪੁਲਿਸ ਦੇ ਅਫਸਰ ਹੈਗੇ ਆ, ਆਪਣੇ ਰਿਟਾਇਰਡ ਅਫਸਰ ਵੀ ਹੈਗੇ ਆ, ਵਰਕਿੰਗ ਅਫਸਰ ਵੀ ਹੈਗੇ ਆ, ਪੋਲੀਟੀਸ਼ੀਅਨ ਹੈਗੇ ਆ, ਬਿਊਰੋਕਰੈਟਸ ਹੈਗੇ ਆ, ਤੇ ਲੋਕਾਂ ਦਾ ਕੰਮ ਤੇ ਕੋਈ ਹੁੰਦਾ ਨਹੀਂ। ਤਨਖਾਹਾਂ ਸਰਕਾਰੀ ਖਜ਼ਾਨੇ ਚੋਂ ਆ। ਇਸ ਲਈ ਇਹ ਸੋਚਣ ਵਾਲੀ ਗੱਲ ਆ ਕਿ ਇਹਨੂੰ ਰਿਵਿਊ ਕਰਕੇ ਕਿਹੜੇ ਬੰਦੇ ਨੂੰ ਐਕਚੁਅਲੀ ਚਾਹੀਦੀ ਹੈ ਸਿਕਿਉਰਿਟੀ, ਕਿਹੜੇ ਵੈਸੇ ਹੀ ਲਾਕੜਪੁਣੇ ਦੇ ਵਿੱਚ, ਚੌਧਰਪੁਣੇ ਦੇ ਵਿੱਚ, ਲੋਕਾਂ ਦੇ ਵਿੱਚ ਆਪਣੀ ਭਲ ਬਣਾਉਣ ਲਈ, ਦਾਦਾਗਿਰੀ ਦਿਖਾਉਣ ਲਈ ਕਿ ਮੈਂ ਏਡਾ ਵੱਡਾ ਆ, ਮੇਰੇ ਕੋਲ ਇੰਨੀ ਸਿਕਿਉਰਿਟੀ ਆ, ਪਰਾਂ ਹੋ ਜਾਓ, ਪਰਾਂ ਹੋ ਜਾਓ, ਉਹਦੇ ਲਈ ਹੈ, ਜਾਂ ਵਾਕਿਆ ਹੀ ਕਿਸੇ ਦੀ ਜ਼ਿੰਦਗੀ ਨੂੰ, ਜਾਨ ਮਾਲ ਨੂੰ ਇੰਨਾ ਨੁਕਸਾਨ ਦਾ ਖਤਰਾ ਤੇ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ। ਇਹ ਸਾਰਾ ਇੱਕ ਵਾਰੀ ਮੁਲਾਂਕਣ ਕਰਕੇ ਠੀਕ ਠਾਕ ਕਰਨਾ ਚਾਹੀਦਾ। ਪਰ ਉਸ ਦਾ ਇਹ ਨਹੀਂ ਕਿ ਕੋਈ ਆਪਣੇ ਤੌਰ ਤੇ ਇੱਕ ਬੰਦਾ ਜਾਂ ਦੋ ਬੰਦੇ ਫੈਸਲਾ ਲੈ ਲੈਣ, ਉਹ ਬੜਾ ਖਤਰਨਾਕ ਹੁੰਦਾ। ਉਹਦੇ ਵਿੱਚ ਜਿਹੜੇ ਬੰਦਿਆਂ ਨੂੰ ਸਿਕਿਉਰਿਟੀ ਮਿਲੀ ਹੈ ਉਹਨਾਂ ਦੀ ਸਹਿਮਤੀ ਵੀ ਹੋਣੀ ਜ਼ਰੂਰੀ ਹੈ, ਕਿਉਂਕਿ ਨਹੀਂ ਤੇ ਅਗਲੇ ਕਹਿਣਗੇ ਕਿ ਦੇਖੋ ਜੀ ਕੱਲ ਨੂੰ ਕੋਈ 19-21 ਹੋ ਜੇ ਤੇ ਫਿਰ ਉਹੀ ਰੌਲਾ ਪਊਗਾ ਜੋ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਪਿਆ। ਇਸ ਲਈ ਇਹ ਕੰਪਲੈਕਸ ਹੈਗਾ, ਪਰ ਇਹ ਗੱਲ ਤੁਹਾਡੀ ਠੀਕ ਆ ਕਿ ਸਿੱਧੂ ਨੂੰ ਇੰਜ ਜ਼ਰੂਰ ਲੱਗ ਰਿਹਾ, ਨਵਜੋਤ ਸਿੰਘ ਸਿੱਧੂ ਨੂੰ, ਕਿ ਮੇਰੇ ਤੇ ਕਿੜ ਕੱਢੀ ਜਾ ਰਹੀ ਹੈ ਤੇ ਮੈਨੂੰ ਸਿਕਿਉਰਿਟੀ ਲੋਅਰ ਕਰਕੇ ਇਹ ਦੱਸਿਆ ਜਾ ਰਿਹਾ ਕਿ ਨਹੀਂ, ਇਹਦੀ ਜਿਹੜੀ ਬੱਲੇ ਬੱਲੇ ਆ ਉਸ ਨੂੰ ਥੋੜਾ ਥੱਲੇ ਕੀਤਾ ਜਾ ਰਿਹਾ। ਇਸ ਸੋਚ ਦੇ ਨਾਲ ਵੀ ਸਿੱਧੂ ਜੀ ਉਹ ਕੋਰਟ ਤੱਕ ਪਹੁੰਚੇ। ਇਹ ਵੀ ਇਦਾਂ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿਆਸੀ ਤੌਰ ਦੇ ਉੱਤੇ ਕਿਹਦੇ ਲਈ ਚੁਣੌਤੀ ਨੇ, ਜਾਂ ਫਿਰ ਨਵਜੋਤ ਸਿੰਘ ਸਿੱਧੂ ਕਿਹਦੇ ਲਈ ਉਹ ਆਪਣੇ ਤੌਰ ਦੇ ਉੱਤੇ ਖਤਰਾ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਿਆਸਤ ਨੂੰ ਜਾਂ ਕਿਸੇ ਵੀ ਪਾਰਟੀ ਦੀ ਕੁਰਸੀ ਨੂੰ ਹਿਲਾ ਸਕਦੇ ਨੇ, ਜਾਂ ਜਿਵੇਂ ਉਹ ਵਾਰ-ਵਾਰ ਕਹਿੰਦੇ ਨੇ ਕਿ ਇੱਕ ਕਾਬਲ ਮੁੱਖ ਮੰਤਰੀ, ਇਮਾਨਦਾਰ ਮੁੱਖ ਮੰਤਰੀ ਉੱਪਰ ਹੋਣਾ ਚਾਹੀਦਾ, ਤਾਂ ਪ੍ਰਬੰਧ ਵਧੀਆ ਚੱਲਦਾ, ਤਾਂ ਸਰਕਾਰਾਂ ਵਧੀਆ ਚੱਲਦੀਆਂ। ਕੀ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਵੱਡੀ ਚੁਣੌਤੀ ਖੜੀ ਕਰ ਸਕਦੇ ਨੇ, ਤਾਂ ਫਿਰ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਆ ਉਹਨਾਂ ਦੀ ਘਟਾਉਣਾ ਜਾਂ ਉਹਨੂੰ ਲੈ ਕੇ ਸਵਾਲ ਜਿਹੜੇ ਖੜੇ ਹੁੰਦੇ ਨੇ ਉਹਨਾਂ ਦੇ ਵੀ ਜਵਾਬ ਅੱਗੋਂ ਤਲਾਸ਼ਣੇ ਪੈਣਗੇ ਕਿ ਇਹਦਾ ਕਾਰਨ ਕੀ ਹੈ। ਜੇ ਕੱਲ ਨੂੰ ਕੋਈ ਇਹੋ ਜਿਹੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਫਿਰ ਉਹਦੀ ਜ਼ਿੰਮੇਵਾਰੀ ਕਿਸ ਦੀ ਹੋਏਗੀ, ਜਾਂ ਫਿਰ ਕੀ ਸਿਕਿਉਰਿਟੀ ਜਿਹੜੀ 25-30 ਜਿੰਨੇ ਵੀ ਬੰਦੇ ਲੱਗਦੇ ਨੇ ਕਿ ਉਹ ਇਹੋ ਜਿਹੇ ਖਤਰਿਆਂ ਤੋਂ ਬਚਾ ਸਕਦੀ ਹੈ, ਇਹ ਵੀ ਬਹੁਤ ਵੱਡੇ ਸਵਾਲ ਨੇ। ਅਗਲੀ ਗੱਲ ਹੁਣ ਪ੍ਰੋਫੈਸਰ ਸਾਹਿਬ ਇਹ ਆ ਕਿ ਬੇਅਦਬੀ ਦੇ ਮੁਲਜ਼ਮ, ਜਿਹੜਾ ਮੋਰਿੰਡਾ ਦੇ ਵਿੱਚ ਬੇਅਦਬੀ ਹੋਈ ਸੀ ਗੁਰੂ ਘਰ ਕੋਤਵਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ, ਉਹਦੇ ਮੁਲਜ਼ਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਬੰਦਾ ਮੌਕੇ ਤੇ ਫੜਿਆ ਗਿਆ ਆ। ਹੁਣ ਇਸ ਮਾਨਸਿਕਤਾ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਬੰਦਾ ਵਕੀਲ ਆ ਤੇ ਕੋਰਟ ਦੇ ਅੰਦਰ ਪ੍ਰੀਸਰ 'ਚ ਆ ਕੇ ਉੱਥੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ, ਫਿਰ ਫੜਿਆ ਜਾਂਦਾ। ਸੁਖਵਿੰਦਰ, ਜੇ ਨਾ ਸਾਡੇ ਜਿਹੜੇ ਐਲੀਟ ਹੈਗੇ ਆ, ਜਿਹੜੇ ਬੰਦੇ ਜਿਹੜੇ ਸੁਸਾਇਟੀ ਨੂੰ ਕੰਟਰੋਲ ਕਰਦੇ ਆ, ਸੁਸਾਇਟੀ ਨੂੰ ਇੱਕ ਡਾਇਰੈਕਸ਼ਨ ਦਿੰਦੇ ਆ ਕਿ ਕਿੱਧਰ ਨੂੰ ਜਾਣਾ ਚਾਹੀਦਾ, ਸੁਸਾਇਟੀ ਕਿਹੋ ਜਿਹੀ ਹੋਵੇ, ਉਹ ਬੰਦੇ ਇੱਥੋਂ ਦੇ ਲੀਡਰਸ਼ਿਪ ਹੁੰਦੀ ਆ, ਇੱਥੋਂ ਦੇ ਜੱਜ ਸਾਹਿਬਾਨ ਹੁੰਦੇ ਆ, ਇੱਥੋਂ ਦੇ ਟਾਪ ਬਿਊਰੋਕਰੈਟ ਹੁੰਦੇ ਆ, ਟਾਪ ਪੁਲਿਸ ਦੇ ਅਫੀਸਰਸ ਹੁੰਦੇ ਆ, ਇੰਟੈਲੀਜੈਂਸ ਹੁੰਦੀ ਹੈ, ਸਾਰੇ ਬੰਦੇ ਐਲੀਟ ਲੋਕ ਆ ਜਿਹੜੇ ਕਿਸੇ ਵੀ ਸਿਸਟਮ ਦੇ ਵੱਡੇ ਕਾਰਕ ਜਾਂ ਉਹਦੇ ਕਾਰਕੁਨ ਹੈਗੇ, ਜਿਹੜੇ ਸਿਸਟਮ ਨੂੰ ਸਾਂਭਦੇ ਵੀ ਆ, ਉਸ ਨੂੰ ਚਲਾਉਂਦੇ ਵੀ ਆ, ਉਸ ਨੂੰ ਇੱਕ ਦਿਸ਼ਾ ਉਹਦੀ ਵੀ ਨਿਰਧਾਰਿਤ ਕਰਦੇ ਆ। ਹੁਣ ਇਹ ਦਿਸ਼ਾ ਵਾਲੇ ਬੰਦੇ ਸਾਡੇ ਕੀ ਕਰ ਰਹੇ ਆ? 24 ਘੰਟੇ ਝੂਠ ਬੋਲਣਾ, ਗੱਪਾਂ ਮਾਰਨੀਆਂ, ਕਰਨਾ ਕੁਛ, ਦੱਸਣਾ ਕੁਛ, ਸੋਚਣਾ ਕੁਛ। ਤੇ ਜੇ ਯੂਪੀ ਵਰਗੇ ਚੀਫ ਮਿਨਿਸਟਰ 190 ਬੰਦਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਇਹ ਆਪਣਾ ਨਾਮ ਖੱਟ ਰਹੇ ਹੋਣਗੇ, ਮਾਣ ਵਧਾ ਰਹੇ ਹੋਣਗੇ ਆਪਣਾ ਕਿ ਦੇਖੋ ਮੈਂ ਕਿੰਨੇ ਬੰਦੇ ਮਾਰ ਦਿੱਤੇ ਆ, ਤਾਂ ਫਿਰ ਲੋਕ ਵੀ ਤੇ ਉਹੋ ਜਿਹੇ ਬਣ ਹੀ ਜਾਣਗੇ ਨਾ। ਸੋਧਾ ਲਾ ਦਿਓ ਜੀ, ਚੱਕ ਦਿਓ ਜੀ। ਉਹ ਦਰਬਾਰ ਸਾਹਿਬ ਵਾਲੇ ਦਾ ਸੋਧਾ ਮੈਨੂੰ ਲੱਗਦਾ ਮੁੜ ਕੇ ਪਤਾ ਨਹੀਂ ਲੱਗਾ, ਲੱਗ ਹੀ ਗਿਆ, ਖਤਮ, ਕਿਤੇ ਇੱਧਰ ਉੱਧਰ ਖੁਰਦ-ਬੁਰਦ ਹੋ ਗਿਆ ਹੋਣਾ ਕਿਤੇ। ਇਸੇ ਤਰੀਕੇ ਨਾਲ ਹੁਣ ਇਹਦੀ ਵੀ ਹੋ ਸਕਦੀ ਸੀ। ਇਹ ਤੇ ਬਹੁਤ ਦੁਖਦਾਈ ਗੱਲਾਂ ਹੈਗੀਆਂ ਕਿ ਲੋਕ ਇਨਸਾਫ ਜਿਹੜਾ ਆ ਉਹ ਸਰਕਾਰ ਤੋਂ ਕੋਈ ਉਹਨਾਂ ਦੀ ਉਮੀਦ ਨਹੀਂ, ਪੁਲਿਸ ਤੋਂ ਤੇ ਬਿਲਕੁਲ ਹੀ ਕੋਈ ਉਮੀਦ ਨਹੀਂ, ਤੇ ਉਹ ਕਹਿੰਦੇ ਕਿ ਫਿਰ ਇਨਸਾਫ ਅਸੀਂ
ਕੋਰਟਾਂ 'ਚ ਨਹੀਂ, ਆਪਣੇ ਪਿਸਤੌਲਾਂ ਨਾਲ, ਆਪਣੇ ਹੂਰੇ ਮੁੱਕੀਆਂ ਨਾਲ, ਆਪਣੇ ਡੰਡਿਆਂ ਦੇ ਨਾਲ ਹੀ ਅਸੀਂ, ਛਿੱਤਰਾਂ ਦੇ ਨਾਲ ਹੀ ਇਨਸਾਫ ਆਪ ਹੀ ਕਰ ਲੈਣਾ, ਆਪ ਹੀ ਅਸੀਂ ਜੱਜ ਹਾਂ ਤੇ ਆਪ ਹੀ ਅਸੀਂ ਸਜ਼ਾ ਦੇ ਕੇ ਮੌਕੇ ਤੇ ਸਾਰਾ ਫੈਸਲਾ ਲਾਗੂ ਕਰ ਦੇਣਾ। ਇਹ ਜਿਹੜੀ ਇੱਕ ਮਾਨਸਿਕਤਾ ਬਣਦੀ ਜਾ ਰਹੀ ਹੈ, ਜੋ ਸਾਡੇ ਲੀਡਰ ਸਾਹਿਬਾਨ ਜਿਨ੍ਹਾਂ ਨੇ ਡਾਇਰੈਕਸ਼ਨ ਦੇਣੀ ਆ, ਉਹ ਉੱਥੋਂ ਹੋ ਰਹੀ ਹੈ। ਜੇ ਉਹ ਖੁਦ ਡਿਸਿਪਲਿਨਡ ਹੋਣਗੇ ਤੇ ਕਿਸੇ ਦੀ ਕੀ ਜ਼ਰੂਰਤ ਹੈ ਇਸ ਤਰੀਕੇ ਨਾਲ ਕਰਦੇ? ਉਹਨੂੰ ਪਤਾ ਨਹੀਂ ਹੈ ਕਿ ਮੇਰੇ ਤੇ ਕਾਨੂੰਨ ਬੜਾ ਸਖਤ ਹੋਊਗਾ, ਕਿਉਂਕਿ ਲੀਡਰ ਖੁਦ ਕਾਣੇ ਆ, ਖੁਦ ਇੱਧਰ ਨੂੰ ਜਾਂਦੇ ਆ। ਫਿਰ ਉਹ ਜਿਹੜੇ ਥੱਲੇ ਆਮ ਜਨਤਾ ਆ, ਜਿਹਦਾ ਜਿੱਥੇ ਦਾ ਲੱਗਦਾ, ਉਹ ਆਪਣੀ ਚੰਮਦੀਆਂ ਚਲਾ ਰਿਹਾ। ਇਹ ਸਮਾਜ ਲਈ, ਸਮਾਜ ਦੀ ਸ਼ਾਂਤੀ ਲਈ, ਸਮਾਜ ਦੇ ਵਿਕਾਸ ਲਈ, ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਬਿਹਤਰੀ ਲਈ ਬੜੇ ਖਤਰਨਾਕ ਇੱਕ ਕਿਸਮ ਦੇ ਚਿੰਨ੍ਹ ਹੈਗੇ ਆ। ਇਹਨਾਂ ਨੂੰ ਜੇ ਤੁਰੰਤ ਅਸੀਂ ਕਿਸੇ ਤਰੀਕੇ ਦੇ ਨਾਲ ਰੋਕ ਕੇ ਕਾਨੂੰਨ ਦੇ ਨਾਲ ਆਪਾਂ ਸਮਾਜ ਨੂੰ ਤੇ ਸਟੇਟ ਨੂੰ ਚਲਾਉਣ ਦਾ ਉਪਰਾਲਾ ਨਾ ਕੀਤਾ, ਤਾਂ ਫਿਰ ਇਸ ਆਪਾ ਧਾਪੀ ਦੇ ਵਿੱਚੋਂ ਹੀ ਕਈ ਵਾਰੀ ਇਹੋ ਜਿਹੀ ਅੱਗ ਲੱਗਦੀ ਹੈ ਕਿ ਫਿਰ ਉਹ ਸਾਂਭਣੀ ਔਖੀ ਹੋ ਜਾਂਦੀ ਹੈ। ਔਰ ਸਾਡੇ ਸਮਾਜ ਦੇ ਅੰਦਰ ਕਾਫੀ ਇਹੋ ਜਿਹਾ ਬਰੂਦ ਨਫ਼ਰਤ ਦਾ, ਗੁੱਸੇ ਦਾ ਪੈਦਾ ਕਰ ਦਿੱਤਾ ਜਾ ਚੁੱਕਾ ਆ। ਤੇ ਜੇ ਉਹਨੂੰ ਮਾੜਾ ਜਿਹਾ ਵੀ ਕਿਤੇ ਜੂਨ ਦੇ ਮਹੀਨੇ, ਕਿਉਂਕਿ ਉਦੋਂ ਸੁੱਕਾ ਹੁੰਦਾ ਨਾ ਸਾਰਾ, ਜੂਨ ਦਾ ਮਹੀਨਾ ਮਤਲਬ ਜੂਨ ਹੀ ਨਹੀਂ, ਕਿਤੇ ਵੀ ਜਦੋਂ ਪੀਕ ਤੇ ਗੱਲ ਇਹੋ ਜਿਹੀ ਪਹੁੰਚੀ ਹੋਵੇ, ਕਿਤੇ ਪਹਿਲਾਂ ਹੀ ਇਹੋ ਜਿਹਾ ਮੰਦਿਰ ਮਸਜਿਦ ਦਾ ਜਾਂ ਗੁਰਦੁਆਰਾ ਸਾਹਿਬ ਦਾ ਕੋਈ ਹੋਇਆ ਹੋਵੇ, ਤਾਂ ਬਸ ਫਿਰ ਇੱਕ ਵਾਰੀ ਅੱਗ ਲੱਗਣ ਦੀ ਲੋੜ ਆ, ਫੈਲ ਤੇ ਆਪੇ ਮਿੰਟਾਂ 'ਚ ਹੁੰਦੀ ਜਾਊ। ਸੋਸ਼ਲ ਮੀਡੀਆ ਜਿੰਦਾਬਾਦ। ਇਹ ਜਿਹੜਾ ਤੁਰੰਤ ਇਸ ਕਿਸਮ ਦੀਆਂ ਗੱਲਾਂ ਬੇਅਦਬੀ ਦੀਆਂ ਜਗ੍ਹਾ ਜਗ੍ਹਾ ਤੋਂ ਰੋਜ਼ ਸੁਣਨ ਨੂੰ ਮਿਲਦੀਆਂ, ਰੋਜ਼ ਧਰਮ ਦੀਆਂ ਖਬਰਾਂ, ਧਰਮ ਨੂੰ ਖਤਰਾ, ਧਰਮ ਦੀ ਬੇਅਦਬੀ, ਫਲਾਣੇ ਨੇ, ਇਹ ਇੱਕ ਅਜੀਬ ਬੜੇ ਸਿਸਟੇਮੈਟਿਕ ਢੰਗ ਨਾਲ ਦੇਸ਼ ਦੀ ਰਾਜਨੀਤੀ ਨੂੰ ਇੱਕ ਅਜੀਬ ਸੰਚੇ ਵੱਲ ਤੇ ਅਜੀਬ ਦਿਸ਼ਾ ਵੱਲ ਤੋਰਿਆ ਜਾ ਰਿਹਾ, ਜਿਹੜਾ ਕਾਫੀ ਖਤਰਿਆਂ ਤੋਂ ਖਾਲੀ ਨਹੀਂ ਹੈ। ਕਾਫੀ ਖਤਰਾ ਉਹਨਾਂ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਅੱਗੇ ਤਹਿ ਤੱਕ ਜਾ ਕੇ ਪਤਾ ਲੱਗੇਗਾ ਕਿ ਕੀ ਉਹ ਵਾਕਈ ਮਾਰਨ ਦੀ ਮਨਸ਼ਾ ਦੇ ਨਾਲ ਆਇਆ ਸੀ, ਜਾਂ ਫਿਰ ਉਸ ਦੀ ਮਨਸ਼ਾ ਕੀ ਸੀ, ਜਾਂ ਉਹਨੂੰ ਕਿੰਨੇ ਭੇਜਿਆ। ਇਹ ਬਹੁਤ ਸਵਾਲ ਨੇ ਜਿਹੜੇ ਅੱਗੇ ਜਾ ਕੇ ਖੁੱਲਣਗੇ। ਹੁਣ ਰਹੀ ਗੱਲ ਪ੍ਰੋਫੈਸਰ ਸਾਹਿਬ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ, ਪਰਿਵਾਰ ਉੱਥੇ ਮਿਲ ਕੇ ਆਇਆ, ਤਕਰੀਬਨ ਉਹ ਸਾਰੇ ਪਰਿਵਾਰ ਗਏ ਸੀ ਜਿਨ੍ਹਾਂ ਦੇ ਬੱਚੇ ਉੱਥੇ ਐਨਐਸਏ ਦੇ ਤਹਿਤ ਮੁੰਡੇ ਜਿਹੜੇ ਨੇ ਉੱਥੇ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ। ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਉਹਨਾਂ ਨੂੰ ਲੈ ਕੇ ਗਈ ਸੀ। ਅੰਮ੍ਰਿਤਪਾਲ ਦੀ ਚਿੱਠੀ ਹੁਣ ਉਹਦੀ ਆਪਣੀ ਹੈ ਜਾਂ ਨਹੀਂ, ਪਰ ਉਸ ਨਾਮ ਤੋਂ ਜਿਵੇਂ ਵਕੀਲ ਸਾਹਿਬ ਨੇ ਲਿਆ ਕੇ ਇੱਥੇ ਦਿਖਾਈ ਆ, ਹਾਲਾਂਕਿ ਵਕੀਲ ਜਿਹੜੇ ਨੇ ਉਹ ਦਲਜੀਤ ਕਲਸੀ ਦੇ ਨੇ, ਪਰ ਉਹਨਾਂ ਨੇ ਜਿਹੜੀ ਉਹ ਚਿੱਠੀ ਮੀਡੀਆ ਦੇ ਵਿੱਚ ਵਾਇਰਲ ਕੀਤੀ ਆ, ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਦੇ ਉੱਤੇ ਵਕੀਲਾਂ ਦਾ ਪੈਨਲ ਬਣਾਇਆ ਹੋਇਆ, ਦੂਜਾ ਅੰਮ੍ਰਿਤਪਾਲ ਦੇ ਵਕੀਲ ਜਿਹੜੇ ਨੇ ਇਮਾਨ ਸਿੰਘ ਖਾਰਾ, ਉਹ ਉਹਨਾਂ ਦੀ ਪੈਰਵੀ ਇੱਥੇ ਹਾਈ ਕੋਰਟ ਤੱਕ ਕਰਦੇ ਰਹੇ ਨੇ। ਤਾਂ ਫਿਰ ਉਸ ਚਿੱਠੀ ਦੇ ਕੀ ਮਾਇਨੇ ਕੱਢੇ ਜਾਣ? ਨਾਲੋਂ ਨਾਲ ਇਹ ਵੀ ਚਰਚਾ ਚੱਲ ਰਹੀ ਹੈ, ਜਿਹੜਾ ਹੋਰ ਖਬਰਾਂ ਸਾਹਮਣੇ ਆ ਰਹੀਆਂ ਕਿ ਜੀ ਉਹ ਪੁੱਛਗਿੱਛ 'ਚ ਸਾਥ ਨਹੀਂ ਦਿੰਦੇ ਜੀ, ਇੰਟੈਲੀਜੈਂਸ ਬਿਊਰੋ ਜਾਂ ਐਨਆਈਏ ਨੇ ਉਹਨਾਂ ਦੀ ਪੁੱਛਗਿੱਛ ਵੀ ਕੀਤੀ ਹੈ ਜੀ, ਜਾਂ ਉਹਨਾਂ ਦੇ ਕਨੈਕਸ਼ਨ, ਉਹਨਾਂ ਦੀ ਫੰਡਿੰਗ ਬਾਰੇ ਦੇਖਿਆ ਜਾ ਰਿਹਾ। ਵੱਡੀ ਗੱਲ ਜਿਹੜਾ ਨਸ਼ਾ ਛਡਾਊ ਕਹਿੰਦੇ ਕੇਂਦਰ ਚਲਾਇਆ ਰਿਹਾ ਸੀ, ਉਹਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿ ਉਸ ਦੇ ਕੀ ਮਾਪਦੰਡ ਸੀਗੇ, ਕਿਵੇਂ ਉਹਨਾਂ ਨੂੰ ਨਸ਼ਾ ਛਡਾਇਆ ਜਾਂਦਾ ਸੀ, ਜਾਂ ਉਹਦੇ ਪਿੱਛੇ ਦੀ ਮਨਸ਼ਾ ਕੀ ਸੀ, ਕੀ ਕਰਨਾ ਸੀ ਉਹਨਾਂ ਦਾ ਨਸ਼ਾ ਛਡਵਾ ਕੇ, ਫਿਰ ਬਾਅਦ ਦੇ ਵਿੱਚ ਕੀ ਪਲੈਨਿੰਗ ਸੀ। ਦੇਖੋ, ਇਹ ਨਾ ਬੜੀਆਂ ਬੇਹੂਦਾ ਜੀਆਂ ਗੱਲਾਂ ਹੈਗੀਆਂ। ਜਦੋਂ ਇਹ ਸਾਰੀ ਇੱਥੇ ਚਾਂਗਮਾਰੀ ਹੋ ਹੀ ਰਹੀ ਸੀ, ਜਾਂ ਜਿਹੜੀ ਸ਼ੂਟਿੰਗ ਰੇਂਜ ਦੇ ਉੱਤੇ ਟ੍ਰੇਨਿੰਗ ਮਿਲ ਰਹੀ ਸੀ, ਉਹ ਬਾਅਦ 'ਚ ਜੋ ਵੀਡੀਓ ਦਿਖਾਈ, ਪਹਿਲਾਂ ਉਹ ਪਤਾ ਨਹੀਂ ਸੀਗਾ। ਇਹ ਤੇ ਨਹੀਂ ਮੈਂ ਮੰਨਣ ਲਈ ਤਿਆਰ ਕਿ ਇੰਟੈਲੀਜੈਂਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ, ਸਭ ਪਤਾ ਸੀ। ਆਨੰਦਪੁਰ ਖਾਲਸਾ ਫੋਰਸ ਬਣ ਗਈ, ਉਹਦੇ ਟੈਗ ਬਣ ਗਏ, ਉਹਦੇ ਬੈਚ ਬਣ ਗਏ, ਉਹ ਘਰ ਦੇ ਬਾਹਰ ਲਿਖਿਆ ਗਿਆ, ਇਹਦਾ ਪਤਾ ਹੀ ਨਹੀਂ ਸੀ ਪਹਿਲਾਂ। ਕੀ ਗੱਲਾਂ ਕਰਦੇ ਆ ਤੁਸੀਂ? ਇਹ ਸਾਰਾ ਪਤਾ ਸੀ। ਇਸੇ ਤਰੀਕੇ ਨਾਲ ਜਦੋਂ ਉਹਨਾਂ ਦਾ ਮੇਨ ਪਲੈਂਕ ਸੀਗਾ ਕਿ ਅਸੀਂ ਨਸ਼ਾ ਛਡਾਊ ਕੇਂਦਰ, ਇਹ ਤੇ ਨੌਜਵਾਨ ਉਹ ਖੁਦ ਵੀ ਕਹਿੰਦੇ ਸੀ ਕਿ ਨਸ਼ਾ ਛਡਾਉਣਾ ਮਾੜੀ ਗੱਲ ਆ, ਜੇ ਮੈਂ ਅੰਮ੍ਰਿਤਪਾਨ ਕਰਵਾ ਰਿਹਾ ਇਹ ਕੋਈ ਮਾੜੀ ਗੱਲ ਹੈ? ਕੌਣ ਕਹੂਗਾ ਇਹ ਮਾੜੀ ਗੱਲ ਹੈ? ਨਸ਼ਾ ਛਡਾਉਣਾ ਤੇ ਅੰਮ੍ਰਿਤਪਾਨ ਕਰਾਉਣਾ ਦੋਵੇਂ ਹੀ ਵੱਡੇ ਇੱਕ ਨੌਜਵਾਨਾਂ ਲਈ ਲਾਹੇਵੰਦ ਗੱਲਾਂ ਆ। ਉਹਨਾਂ ਦੇ ਇਸ ਜ਼ਿੰਦਗੀ ਦੇ ਮੋੜ ਦੇ ਉੱਤੇ ਦੋਵੇਂ ਹੀ ਇੱਕ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਬੜੇ ਵੱਡੇ ਸਹਾਇਕ ਹੋ ਸਕਦੇ ਆ। ਕਿ ਨਸ਼ਾ ਦਾ ਆਪਣੇ ਆਪ ਤੋਂ ਮੁਕਤੀ ਪਾਉਣਾ ਤੇ ਫਿਰ ਇੱਕ ਪੂਰਨ ਸਿੱਖ ਜਾਂ ਸਹਿਜ ਵਾਲੇ ਸਿੱਖ ਬਣਨ ਵੱਲ ਆਪਣਾ ਤੁਰਨਾ, ਇਹ ਬਹੁਤ ਵੱਡੀਆਂ ਗੱਲਾਂ ਆ। ਪਰ ਕੀ ਉਦੋਂ ਹੁਣੇ ਹੀ ਪਤਾ ਲੱਗਣਾ ਸੀ ਕਿ ਉੱਥੇ ਡਾਕਟਰ ਕੋਈ ਨਹੀਂ ਸੀ, ਕੋਈ ਇਨਫਰਾਸਟ੍ਰਕਚਰ ਨਹੀਂ ਸੀ? ਅੱਗੇ ਇੱਕ ਦਿਨ ਆਇਆ ਸੀ, ਵੀਡੀਓ ਆਈ ਸੀ, ਇੱਕ ਫਾਰਮਾਸਿਸਟ ਸੀਗਾ,
ਉਹ ਕਹਿੰਦਾ ਜੀ ਬਹੁਤੇ ਤੇ ਆ ਕੇ ਇੱਥੇ ਮੁੜ ਹੀ ਜਾਂਦੇ ਸੀ, 90% 10% ਸੀਗੇ ਇੱਥੇ ਜਿਹੜੇ ਇਹਨਾਂ ਦੀ ਗੱਲਬਾਤ ਸੁਣਦੇ ਸੀਗੇ। ਇਸ ਲਈ ਇੱਥੇ ਕੋਈ ਹੈ ਤੇ ਡਾਕਟਰ ਵਾਕਟਰ ਤੇ ਕੋਈ ਸਾਈਕੈਟ੍ਰਿਸਟ ਕੋਈ ਇਹੋ ਜਿਹਾ ਨਹੀਂ ਸੀ, ਕੋਈ ਇਲਾਜ ਦੀ ਗੱਲ ਨਹੀਂ ਸੀ। ਮੈਂ ਸੀ ਮਾੜੀ ਮੋਟੀ ਕੋਈ ਦਵਾਈ ਜਿਹੜੀ ਹੁੰਦੀ ਸੀ ਦਿੰਦਾ ਸੀ, ਨਹੀਂ ਤੇ ਨਹੀਂ। ਹੁਣ ਇਹ ਗੱਲ ਦਾ ਕਿ ਇੱਕ ਕੇਂਦਰ ਬਣ ਗਿਆ, ਨਸ਼ਾ ਦਾ ਕੇਂਦਰ ਬਣ ਗਿਆ ਛਡਾਊ ਦਾ। ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਹਦੀ ਤਹਿਕੀਕਾਤ ਕਰੇ, ਉਹਦੀ ਪੜਚੋਲ ਕਰੇ ਵੀ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹਨਾਂ ਨੂੰ ਕੋਈ ਰੁਕਾਵਟ ਸੀ ਉੱਥੇ ਜਾਣ ਲਈ? ਉਹਨਾਂ ਨੂੰ ਡਰ ਸੀ ਕਿਸੇ ਕਿਸਮ ਦਾ ਕਿ ਉਹਨਾਂ ਨੂੰ ਮਾਰ ਦੇਣਗੇ? ਜੇ ਸਰਕਾਰ ਹੀ ਡਰੀ ਬੈਠੀ ਹੈ ਫਿਰ ਤੇ ਕੋਈ ਵੀ ਇੱਥੇ ਆਪਣੀ ਮੋਰਚਾਬੰਦੀ ਕਰਕੇ ਆਪਣਾ ਕੰਮ ਚਲਾਉਣ ਲੱਗ ਜਾਊਗਾ। ਫਿਰ ਨਹੀਂ ਤੁਸੀਂ ਇਸ ਸਮਾਜ ਨੂੰ ਸਾਂਭ ਸਕਦੇ ਜਾਂ ਸੁਸਾਇਟੀ ਨੂੰ ਸਾਂਭ ਸਕਦੇ। ਇਸ ਲਈ ਜਿਹੜੀਆਂ ਅੱਜ ਗੱਲਾਂ ਕਰਨੀਆਂ ਉੱਥੇ ਫਲਾਨੀ ਜਗ੍ਹਾ ਸੀ, ਢਮਕਾਣੀ ਜਗ੍ਹਾ ਇਹ ਸੀ, ਇਹਦਾ ਮਤਲਬ ਇਹ ਹੈ ਕਿ ਜਾਣ ਬੁੱਝ ਕੇ ਅਸਲ ਵਿੱਚ ਪਹਿਲਾਂ ਸਾਰਾ ਕੁਝ ਹੋਣ ਦਿੱਤਾ, ਪਨਪਣ ਦਿੱਤਾ। ਇਹਨਾਂ ਦੀ ਨੌਲੇਜ ਸੀਗੀ, ਇਹਨਾਂ ਦੇ ਅੱਖਾਂ ਸਾਹਮਣੇ ਹੋਇਆ। ਹੁਣ ਕਿਉਂਕਿ ਉਹ ਬਹੁਤਾ ਕਾਰਗਰ ਨਹੀਂ ਸੀ ਰਿਹਾ, ਇਹਨਾਂ ਨੂੰ ਬਹੁਤਾ ਇੱਕ ਲਾਹੇਵੰਦ ਜਿਸ ਪਾਸੇ ਨੂੰ ਇਹ ਤੋਰਨਾ ਚਾਹੁੰਦੇ ਸੀ ਉਹਦਾ ਫਾਇਦਾ ਕੋਈ ਦਿਖਦਾ ਨਹੀਂ ਸੀ। ਇਸ ਲਈ ਹੁਣ ਉਹਨੂੰ ਡਿਮੋਲਿਸ਼ ਕੀਤਾ ਜਾਏ ਤੇ ਬੰਦ ਕੀਤਾ ਜਾਏ, ਖਤਮ ਕੀਤਾ ਜਾਏ। ਹੋਰ ਇਹਦੋਂ ਵੱਧ ਕੋਈ ਗੱਲ ਹੈ ਨਹੀਂ। ਹੁਣ ਥੋੜੇ ਜਿਹੇ ਹੋਰ 2-4 ਹਫ਼ਤੇ 10 ਦਿਨਾਂ ਬਾਅਦ, ਪਹਿਲਾਂ ਤੇ 10 ਦਿਨਾਂ ਦਾ ਇਹ ਦੇਖ ਲਿਓ ਕਿਉਂਕਿ ਜਲੰਧਰ ਬਾਈ ਇਲੈਕਸ਼ਨ ਨੇ ਜ਼ੋਰ ਫੜ ਜਾਣਾ, ਅੰਮ੍ਰਿਤਪਾਲ ਨੂੰ ਕਿਸੇ ਨੇ ਪੁੱਛਣਾ ਨਹੀਂ। ਉਦੋਂ ਬਾਅਦ ਫਿਰ ਲੋਕਾਂ ਨੇ ਭੁੱਲ ਭੱਲ ਜਾਣਾ ਆ, ਕਿਉਂਕਿ ਜੋ ਜਿੰਨਾ ਸਟੇਟ ਨੇ ਉਹਨੂੰ ਵਰਤਣਾ ਸੀ ਆਪਣਾ ਵਰਤ ਲਿਆ। ਹੁਣ ਉਹ ਉੱਥੇ ਆਰਾਮ ਕਰਾਉਣਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ। ਤੇ ਜੇ ਬਿਲਕੁਲ ਸਰਕਾਰ ਦੇ ਗਾਂ ਤੋਂ ਜਿਵੇਂ ਵੀਰ ਸਵਾਰਕਰ ਨੇ ਕੀਤਾ ਸੀ, ਬਾਰ-ਬਾਰ ਲਿਖਦਾ ਸੀ ਜੇਲ੍ਹ ਚੋਂ ਕਿ ਮੈਂ ਤੇ ਆਗਿਆਕਾਰੀ ਰਹੂੰਗਾ, ਛੱਡੋ ਪਰਾਂ ਮੈਨੂੰ, ਮੈਂ ਜਾ ਕੇ ਥਾਣੇ 'ਚ ਰੋਜ਼ ਪ੍ਰੈਜ਼ੈਂਟ ਹੋ ਜਾਇਆ ਕਰੂੰਗਾ, ਮੈਂ ਕੋਈ ਮਾੜਾ ਬੰਦਾ ਨਹੀਂ, ਤੁਹਾਨੂੰ ਗਲਤ ਰਿਪੋਰਟਿੰਗ ਹੋ ਗਈ ਹੈ। ਤੇ ਜੇ ਇਸ ਕਿਸਮ ਦੀ ਕੋਈ ਅੰਦਰੋਂ ਅੰਦਰੀ ਗੱਲਬਾਤ ਹੋ ਜਾਂਦੀ ਹੈ ਕਿ ਆਪਾਂ ਸ਼ਾਂਤਮਈ ਆਮ ਸ਼ਹਿਰੀ ਵਾਂਗੂ ਜੀਵਾਂਗੇ, ਜਾਂ ਮੈਨੂੰ ਆਪਣੀ ਵਾਈਫ ਕੋਲ ਇੰਗਲੈਂਡ ਜਾਣ ਦਿਓ, ਅਸੀਂ ਉੱਥੇ ਚੁੱਪ ਕਰਕੇ ਰਹਾਂਗੇ, ਜਦੋਂ ਦੇਸ਼ ਚੋਂ ਹੀ ਚਲੇ ਗਏ ਤੇ ਫਿਰ ਤੁਹਾਨੂੰ ਕਾਹਦਾ ਖਤਰਾ। ਤੇ ਇਹੋ ਜਿਹੀ ਵੀ ਕੋਈ ਗੱਲਬਾਤ ਚੱਲ ਸਕਦੀ ਹੈ, ਕੋਈ ਮਾੜੀ ਗੱਲ ਨਹੀਂ ਹੈ। ਜੇ ਕੋਈ ਬੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆਏ ਤੇ ਉਹਨੂੰ ਆਉਣ ਦੇਣਾ ਚਾਹੀਦਾ। ਜੇਲ੍ਹਾਂ 'ਚ ਨੌਜਵਾਨਾਂ ਨੂੰ ਸੁੱਟ ਕੇ ਸਾੜਨ ਦਾ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਨਾਲ ਕਿਸੇ ਨੂੰ ਕੋਈ ਲਾਹਾ ਨਹੀਂ, ਸਟੇਟ ਨੂੰ ਵੀ ਲਾਹਾ ਨਹੀਂ, ਔਰ ਉਹ ਨੌਜਵਾਨਾਂ ਦੀ ਜ਼ਿੰਦਗੀ ਤੇ ਬਰਬਾਦ ਹੁੰਦੀ ਹੈ। ਇਸ ਲਈ ਟਾਈਮ ਟੂ ਟਾਈਮ ਰਿਵਿਊ ਕਰਕੇ ਇਸ ਗੱਲ ਦੇ ਉੱਤੇ ਜਿੰਨੀ ਛੇਤੀ ਵੀ ਠੰਡ ਠੰਡੌਲਾ ਕੀਤਾ ਜਾ ਸਕੇ ਉਹ ਕਰਨਾ ਚਾਹੀਦਾ। ਉਸੇ 'ਚ ਹੀ ਸਰਕਾਰਾਂ ਦਾ ਵੀ ਭਲਾ ਤੇ ਜਨਤਾ ਦਾ ਵੀ ਭਲਾ ਤੇ ਆਮ ਲੋਕਾਂ ਦਾ ਵੀ ਭਲਾ। ਆਖਰੀ ਖਬਰ ਲਵਾਂਗੇ ਕਿ ਜਿਹੜਾ ਰੈਸਲਿੰਗ ਫੈਡਰੇਸ਼ਨ ਦਾ ਰੌਲਾ ਉਹ ਕਾਫੀ ਵੱਧਦਾ ਜਾ ਰਿਹਾ। ਤਕਰੀਬਨ 6ਵਾਂ ਦਿਨ ਹੈ ਅੱਜ ਜਦੋਂ ਆਪਾਂ ਚਰਚਾ ਕਰ ਰਹੇ ਹਾਂ, ਤੇ ਰੈਸਲਿੰਗ ਫੈਡਰੇਸ਼ਨ ਵਾਲੀਆਂ ਜਿਹੜੀਆਂ ਕੁੜੀਆਂ ਨੇ, ਜਿਹੜੀਆਂ ਰੈਸਲਰਸ ਨੇ ਜਾਂ ਨੌਜਵਾਨ ਨੇ, ਉਹ ਸਾਰੇ ਅੱਗੇ ਆ ਕੇ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ, ਅਸੀਂ ਤੁਹਾਡੇ ਮਨ ਕੀ ਬਾਤ ਬਹੁਤ ਸੁਣੀ, ਤੁਹਾਡੇ ਤੱਕ ਪਹੁੰਚ ਬਹੁਤ ਕੀਤੀ, ਤੁਸੀਂ ਸਾਨੂੰ ਜਦੋਂ ਅਸੀਂ ਤਗਮੇ ਲੈ ਕੇ ਆਏ ਬੜਾ ਸਨਮਾਨਿਤ ਕੀਤਾ, ਤੇ ਹੁਣ ਸਾਡੀ ਕਿਉਂ ਨਹੀਂ ਸੁਣਦੇ। ਤੇ ਉਧਰੋਂ ਜਿਹੜੀ ਓਲੰਪਿਕ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ ਪੀਟੀ ਊਸ਼ਾ, ਜਿਹੜੇ ਆਪ ਬਹੁਤ ਵੱਡੇ ਜਿਹੜੇ ਨੇ ਐਥਲੀਟ ਰਹੇ ਨੇ, ਉਹਨਾਂ ਨੇ ਕਿਹਾ ਕਿ ਇਹ ਅਨੁਸ਼ਾਸਨਹੀਣਤਾ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ? ਕਿਉਂਕਿ ਪੀਟੀ ਊਸ਼ਾ ਨੂੰ ਕੋਈ ਇਹੋ ਜਿਹਾ ਨਹੀਂ ਫੇਸ ਕਰਨਾ ਪਿਆ ਹੋਣਾ। ਉੱਥੇ ਉਹਦੇ ਜਿੱਥੇ ਉਹਨੇ ਟ੍ਰੇਨਿੰਗ ਕੀਤੀ ਆ ਉਹਦੇ ਕੋਚ ਬੀਬੇ ਹੋਣਗੇ, ਚੰਗੇ ਹੋਣਗੇ, ਡਿਸਿਪਲਿਨਡ ਹੋਣਗੇ, ਤੇ ਇਹ ਵੀ ਡਿਸਿਪਲਿਨਡ ਹੋ ਗਈ। ਹੁਣ ਜੇ ਕੋਈ ਸੈਕਸ਼ੂਅਲ ਹਰਾਸਮੈਂਟ ਨੌਜਵਾਨ ਲੜਕੀਆਂ ਦੀ, ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਦੇਖਭਾਲ ਕਰਨੀ ਹੈ ਉਹੀ ਕਰਨ ਲੱਗ ਜਾਣਗੇ, ਯਾਨੀ ਇਹ ਹੈ ਜਿਸ ਤਰ੍ਹਾਂ ਕਾਲਜ ਦਾ ਪ੍ਰਿੰਸੀਪਲ ਹੀ ਟੀਚਰਾਂ ਨੂੰ ਤੇ ਬੱਚਿਆਂ ਨੂੰ ਤੰਗ ਕਰਨ ਲੱਗ ਜੂ ਤੇ ਫਿਰ ਉਹਨਾਂ ਦਾ ਬਚਾਅ ਕੌਣ ਕਰੂਗਾ ਬਈ? ਤੇ ਉਹ ਜਿਹੜੀ ਬਣਾਈ ਹੋਈ ਆ ਇਹਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ, ਉਹ ਬੀਜੇਪੀ ਦਾ ਐਮਐਲਏ ਹੈ ਬ੍ਰਿਜ ਭੂਸ਼ਣ ਸ਼ੰਕਰ ਸਿੰਘ, ਕੀ ਉਹਨਾਂ ਦਾ ਨਾਂ ਆ, ਉਹ ਉਹਨੂੰ ਬਣਾਇਆ ਹੋਇਆ, ਉਹਦਾ ਚੇਅਰਮੈਨ ਹੈ ਜਾਂ ਉਹਦਾ ਹੈਡ ਬਣਾਇਆ। ਉਹਨੂੰ ਕਿਉਂ ਨਹੀਂ ਪਾਸੇ ਕਰਦੇ ਜਦ ਉੱਤੇ ਦੋਸ਼ ਲਾ ਕੇ ਐਫਆਈਆਰ ਦਰਜ ਨਹੀਂ? ਪਲੀਜ਼ ਕਹਿੰਦੇ ਜੀ ਕਹੋ ਤੇ ਐਫਆਈਆਰ ਦਰਜ ਕਰ ਦਿੰਦੇ ਆ, ਪਰ ਵੈਸੇ ਅਸੀਂ ਅਜੇ ਤਹਿਕੀਕਾਤ ਕਰਕੇ ਫਿਰ ਐਫਆਈਆਰ ਦਰਜ ਸਬੂਤਾਂ ਦੇ ਨਾਲ ਕਰਨਾ ਚਾਹੁੰਦੇ। ਹੱਦ ਹੋ ਗਈ ਆ ਯਾਰ। ਉਹ ਬੰਦੇ ਬੈਠੇ ਹੋਏ ਆ, ਤੁਸੀਂ ਸਾਰਾ ਕੁਝ, ਮੈਰੀ ਕਾਮ ਨੇ ਆਪਣੀ ਰਿਪੋਰਟ ਵੀ ਮੇਰੇ ਖਿਆਲ ਪਹਿਲੇ ਹਫਤੇ ਜਿਹੜੇ ਅਪ੍ਰੈਲ ਦੇ ਦੇਤੀ, ਹੁਣ ਇਹ ਅਪ੍ਰੈਲ ਖਤਮ ਹੋਣ ਤੇ ਆ ਗਿਆ, ਤੁਸੀਂ ਕਿਸੇ ਪਾਸੇ ਨਹੀਂ ਕਿਸੇ ਨੂੰ ਲੱਗਣ ਦਿੰਦੇ। ਆ ਜਿਹੜਾ ਮੁੰਡਾ ਦੂਸਰਾ ਵੀ, ਉਹ ਕੁੜੀ ਨੂੰ ਕੱਲ ਉੱਥੇ ਗੈਸ ਸਟੇਸ਼ਨ ਦੇ ਨੇੜੇ ਸਕੂਟਰੀ ਤੇ ਸੀਗੀ, ਜਿਹੜੀ ਇੱਥੇ ਦੀ ਕੋਚ, ਮਹਿਲਾ ਕੋਚ ਆ ਸੰਦੀਪ ਸਿੰਘ, ਜਿਹੜਾ ਇੱਥੇ ਦਾ ਮਿਨਿਸਟਰ ਆ ਹਰਿਆਣੇ ਵਾਲਾ, ਉਹਦਾ ਵੀ ਬਿਲਕੁਲ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਹੈ। ਉਹਨੂੰ ਦਫ਼ਤਰ 'ਚ ਬਿਠਾ ਕੇ, ਆਪਣੇ ਸਰਕਾਰੀ ਦਫ਼ਤਰ ਦੇ ਵਿੱਚ, ਤੇ ਆ 26 ਸੈਕਟਰ ਦੇ ਪੁਲਿਸ ਸਟੇਸ਼ਨ ਚੰਡੀਗੜ੍ਹ ਦੇ ਵਿੱਚ ਉਹਦੀ ਸਾਰੀ ਤਹਿਕੀਕਾਤ ਹੋਈ ਆ। ਬਾਰ-ਬਾਰ ਉਸ ਨੂੰ ਰਾਹਤ ਕੋਰਟ ਦੇ ਦਿੰਦੀ ਆ। ਇਹ ਤੇ ਤੁਹਾਡੀ ਹਾਲਤ ਆ। ਉਹ ਕੁੜੀ ਨੂੰ ਕੋਈ ਵੱਡੀ ਐਂਡੇਵਰ ਕਾਰ ਉੱਤੇ ਚੜਾ ਕੇ ਉਹਨੂੰ
ਮਾਰਨ ਲੱਗੇ ਸੀਗੇ ਕੱਲ। ਜਿਹੜੀ ਕੋਚ ਨੇ ਇਹਦੇ ਸੰਦੀਪ ਸਿੰਘ ਦੇ ਵਿਰੁੱਧ ਆਪਣਾ ਕੇਸ, ਉਹ ਪਹਿਲਾਂ ਵੀ ਬਾਰ-ਬਾਰ ਕਹਿੰਦੀ ਆ ਕਿ ਮੇਰੀ ਜਾਨ ਤੇ ਹਮਲੇ ਆ ਜਾਂ ਮੈਨੂੰ ਇਹੋ ਜਿਹੇ ਥ੍ਰੈਟ ਹੁੰਦੇ ਆ, ਮੈਨੂੰ ਘਰਾਂ ਤੋਂ ਜਿੱਥੇ ਮੈਂ ਰਹਿ ਰਹੀ ਹਾਂ ਉੱਥੋਂ ਕੱਢਣ ਲਈ ਮੇਰੀ ਗਾਂ ਇੰਟੈਲੀਜੈਂਸ ਦੇ ਬੰਦੇ ਮੈਨੂੰ ਹਮੇਸ਼ਾ ਮੇਰੀਆਂ ਸਾਰੀਆਂ ਐਕਟੀਵਿਟੀ ਨੂੰ ਵਾਚ ਕਰਦੇ। ਬੜਾ ਉਹਦਾ ਜੀਵਨ ਦੁੱਭਰ ਕੀਤਾ ਹੋਇਆ। ਕੀ ਇਹੀ ਅਸੀਂ ਕਰਾਂਗੇ ਆਪਣੀਆਂ ਜਿਹੜੀਆਂ ਐਥਲੀਟ ਬੱਚੀਆਂ ਹਰਿਆਣੇ ਦੇ ਖੱਟਰ ਨੂੰ, ਤੇ ਤੁਰੰਤ ਇਸ ਗੱਲ ਤੇ ਉਹਨਾਂ ਕੁੜੀਆਂ ਦੇ ਜਿਹੜੀਆਂ ਜੰਤਰ ਮੰਤਰ 'ਚ ਬੈਠੀਆਂ, ਕਿਉਂਕਿ ਉਹਨਾਂ 'ਚੋਂ ਹਰਿਆਣੇ ਦੇ ਆ ਜ਼ਿਆਦਾ, ਉਹਨਾਂ ਨੂੰ ਉਹਨਾਂ ਦੀ ਪਿੱਠ ਪਿੱਛੇ ਖੜਾ ਹੋਣਾ ਚਾਹੀਦਾ। ਮੂੰਹ ਹੀ ਨਹੀਂ ਖੁੱਲਦਾ, ਕਿਹੋ ਜਿਹੇ ਬੰਦੇ ਆ ਇਹਨਾਂ ਦੇ ਅੰਦਰ, ਦਿਲ ਹੈ ਵੀ ਹੈ ਕਿ ਪੱਥਰ ਹੀ ਹੈ, ਪਤਾ ਨਹੀਂ, ਮੈਨੂੰ ਤੇ ਨਹੀਂ ਸਮਝ ਆਉਂਦੀ। ਫਿਰ ਕੌਣ ਉਹਨਾਂ ਦੀ ਪ੍ਰੋਟੈਕਸ਼ਨ ਕਰੂਗਾ? ਉਹ ਸੜਕ ਤੇ ਬੈਠੇ ਆ, ਰੋਜ਼ ਬੈਠੇ ਉੱਥੇ ਪ੍ਰੈਕਟਿਸ ਕਰ ਰਹੇ ਆ। ਅੱਜ ਖਬਰ ਆਈ ਆ, ਦੇਖੀ ਫੋਟੋ ਵੀ ਦੇਖੀ ਹੋਣੀ ਆ, ਪ੍ਰੈਕਟਿਸ ਕਰ ਰਹੇ ਆ। ਔਰ ਪੀਟੀ ਊਸ਼ਾ ਨੇ ਬਿਲਕੁਲ ਮਾੜਾ ਕੰਮ ਕੀਤਾ। ਉਹ ਇੱਕ ਔਰਤ ਆ, ਉਹਨੂੰ ਸਮਝਣਾ ਚਾਹੀਦਾ ਔਰਤ ਦਾ ਦਰਦ ਕੀ ਆ। ਔਰਤ ਐਵੇਂ ਰੌਲਾ ਪਾਉਂਦੀ ਨਹੀਂ ਸਾਡੇ ਸਮਾਜ 'ਚ। ਉਹ ਬਹੁਤ ਰਿਸਕ ਲੈ ਕੇ ਬਹੁਤ ਆਪਣੀ ਤਾਕਤ ਨੂੰ ਇਕੱਠਿਆਂ ਕਰਕੇ, ਮਾਨਸਿਕ ਤੇ ਹੋਰ ਕਿਸਮ ਦੀ ਤਾਕਤ, ਜਿਹੜੀ ਸਮਾਜਿਕ ਤਾਕਤ ਆ, ਇਕੱਠਿਆਂ ਕਰਕੇ ਫਿਰ ਇਹੋ ਜਿਹਾ ਮੈਦਾਨ ਦੇ ਵਿੱਚ ਨਿੱਤਰਦੀ ਹੈ। ਜੇ ਕੋਈ ਚੰਗੀ ਬਹਾਦਰ ਔਰਤਾਂ ਜਾਂ ਸਪੋਰਟਸਮੈਨ ਸਾਡੇ ਜੇ ਉਤਰਿਆ ਤੇ ਉਹਨਾਂ ਦੀ ਪਿੱਠ ਥਾਪੜਨੀ ਚਾਹੀਦੀ ਹੈ। ਇਹਨਾਂ ਨਾਲੋਂ ਤੇ ਸਤਪਾਲ ਮਲਿਕ ਜਾ ਆਏ, ਹੋਰ ਬਹੁਤ ਸਾਰੇ ਲੀਡਰ ਜਾ ਆਏ ਹੈ, ਤੇ ਉਹਨਾਂ ਸਾਰਿਆਂ ਨੇ ਜਿਹੜੀ ਉਹਨਾਂ ਦੀ ਸ਼ਾਬਾਸ਼ਾਈ ਕੀਤੀ ਹੈਗੀ ਉਹ ਕਰਨੀ ਚਾਹੀਦੀ ਹੈ। ਔਰ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਇਹ ਬਹੁਤ ਦਿਨ ਹੋ ਗਏ ਆ, ਇਹ ਥੋੜੇ ਦਿਨ ਨਹੀਂ ਹੋ ਗਏ, ਹੁਣ ਇਹ ਅਤੀ ਹੋ ਗਿਆ ਆ। ਫਿਰ ਇੱਕ ਪਾਸੇ ਉਹ 올림픽 ਲਿਆਉਣ, ਦੇ ਮੈਡਲ ਲੈ ਕੇ ਆਉਣ, ਦੇਸ਼ ਦਾ ਨਾਂ ਉੱਚਾ ਕਰਨ, ਹੈ ਨਾ, ਉੱਥੇ ਤਿਰੰਗਾ ਫੈਲਾਉਣ, ਔਰ ਦੂਜੇ ਪਾਸੇ ਸਾਡਾ ਦੇਸ਼, ਜਿਹੜੇ ਆਪਣੇ ਆਪ ਨੂੰ ਲੋਕ ਦੇਸ਼ ਭਗਤ ਕਹਿੰਦੇ ਆ, ਉਹ ਉਹਨਾਂ ਦੀ ਇਹੋ ਜਿਹੀ ਦੁਰਗਤ ਕਰਨ ਕਿ ਉਹਨਾਂ ਨੂੰ ਸੜਕਾਂ ਤੇ ਬੈਠ ਕੇ ਆਪਣੇ ਪ੍ਰੋਟੈਸਟ ਕਰਕੇ ਤੇ ਕੋਰਟਾਂ 'ਚ ਜਾ ਕੇ ਨਿਆਂ ਮੰਗਣਾ ਪਵੇ, ਸਰਕਾਰ ਵੱਲੋਂ ਕੋਈ ਉਹਨਾਂ ਦੀ ਬਾਤ ਨਾ ਪੁੱਛੀ ਜਾਏ। ਇਹਦੇ ਨਾਲੋਂ ਵੱਡੀ ਕੋਈ ਅਫਸੋਸ ਵਾਲੀ ਗੱਲ। ਤੇ ਸਾਡੇ ਦੇਸ਼ ਦੀ ਤੇ ਸਪੋਰਟਸ ਦੀ ਖਾਸ ਕਰਕੇ, ਤੇ ਮਹਿਲਾ ਦੇ ਬਾਰੇ ਵੀ, ਕਿ ਮਹਿਲਾ ਨੂੰ ਅਸੀਂ ਕਿਹੋ ਜਿਹਾ ਅਦਬ, ਮਾਣ, ਸਤਿਕਾਰ ਸਾਡੀ ਸੁਸਾਇਟੀ 'ਚ ਤੇ ਸਾਡੀਆਂ ਸਰਕਾਰਾਂ ਵੱਲੋਂ ਦਿੱਤਾ ਜਾਂਦਾ, ਇਹਦੀ ਬਦਨਾਮੀ ਪੂਰੀ ਦੇਸ਼ ਤੇ ਦੁਨੀਆ 'ਚ ਹੋ ਰਹੀ ਹੈ। ਇਹ ਗੱਲ ਸਾਡੀ ਸਰਕਾਰ ਨੂੰ ਸੋਚ ਲੈਣੀ ਚਾਹੀਦੀ। ਹਾਂ, ਜਿਹੜੀ ਗੱਲ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਨੇ, ਜਿਹੜੇ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਨੇ, ਜਿਹੜੇ ਕਹਿੰਦੇ ਕਿ ਦੇਖੋ ਅਸੀਂ ਇੱਕ ਮਹਿਲਾ ਨੂੰ ਰਾਸ਼ਟਰਪਤੀ ਬਣਾ ਦਿੱਤਾ ਦ੍ਰੋਪਦੀ ਮੁਰਮੂ ਨੇ, ਤੇ ਜਿਹੜੇ ਕਹਿੰਦੇ ਨੇ ਕਿ ਦੇਸ਼ ਦੀ ਪਾਵਰਫੁਲ ਪੋਸਟ ਜਾਂ ਕਹਿ ਲਓ ਕਿ ਖਜ਼ਾਨੇ ਦੇ ਉੱਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਉਹ ਵੀ ਇੱਕ ਮਹਿਲਾ ਨੇ। ਸਮ੍ਰਿਤੀ ਇਰਾਨੀ ਹੋਰਾਂ ਦਾ ਨਾਮ ਹੈ। ਬੀਜੇਪੀ 'ਚ ਹੋਰ ਬਹੁਤ ਵੱਡੇ ਚਿਹਰੇ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਕਿ ਬੀਜੇਪੀ ਜਿਹੜੀ ਹੈ ਉਹ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਕਿੰਨੀ ਸੀਰੀਅਸ ਹੈ। ਬਾਕੀ ਸਾਰੀਆਂ ਪਾਰਟੀਆਂ ਤੇ ਵੀ ਸਵਾਲ ਉੱਠਦੇ ਨੇ ਕਿ ਉਹਨਾਂ ਨੇ ਕੀ ਕੀਤਾ, ਤੇ ਅਸੀਂ ਦੇਖੋ ਜੀ, ਅਸੀਂ ਤੇ ਲੋਕ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਹਿੱਸੇਦਾਰੀ ਨੂੰ ਵਧਾ ਰਹੇ ਹਾਂ। ਤਾਂ ਫਿਰ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਤੁਸੀਂ ਆਪਣੇ ਮੁਲਕ ਦੀਆਂ ਐਥਲੀਟਸ ਦੇ ਉੱਤੇ, ਕੁੜੀਆਂ ਨੂੰ ਲੈ ਕੇ ਤੁਹਾਡੀ ਸੋਚ ਕੀ ਹੈ ਜਾਂ ਤੁਹਾਡੇ ਲੀਡਰਾਂ ਦੀ ਸੋਚ ਕੀ ਹੈ। ਤਾਂ ਇਸ ਬਾਰੇ ਜਵਾਬ ਦੇਣਾ ਬਣਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ।